ਜਿਨ੍ਹਾਂ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਵਿਚਾਰ ਗੁਰ ਅਸੀਸ ਬਖਸ਼ਿਸ਼ ਦਾ ਸਦਕਾ 9 ਅਸ਼ਟਪਦੀਆਂ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ। 10ਵੀਂ ਅਸ਼ਟਪਦੀ ਦੇ ਸ਼ਲੋਕ ਪਹਿਲੇ ਪਦੇ ਦਾ ਪਾਠ ਆਪ ਸਰਬਤ ਸੰਗਤ ਨੇ ਸਰਵਣ ਕੀਤਾ ਹੈ। ਆਓ ਜਿਸ ਦੀ ਵਿਚਾਰ ਆਪਾਂ ਸਾਂਝੀ ਕਰੀਏ। ਪਿਆਰ ਸ਼ਰਧਾ ਸਤਿਕਾਰ ਨਾਲ ਫਤਿਹ ਦੀ ਆਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ। ਗੁਰੂਦੇਵ ਨੇ ਇਸ ਅਸ਼ਟਪਦੀ ਅੰਦਰ ਕਰਤੇ ਦੀ ਬੇਅੰਤਤਾ ਦਾ ਜ਼ਿਕਰ ਕੀਤਾ ਹੈ। ਉਸ ਦੀ ਰਚਨਾ ਕਿਤਨੀ ਬੇਅੰਤ ਹੈ, ਜਿਸ ਵਿੱਚੋਂ ਕਰਤੇ ਦੀ ਬੇਅੰਤਤਾ ਪ੍ਰਗਟ ਹੁੰਦੀ ਹੈ। ਕਿਉਂਕਿ ਜਿਨ੍ਹੇ ਕੁਦਰਤ ਵੱਲ ਧਿਆਨ ਨਹੀਂ ਮਾਰਿਆ, ਉਹਦਾ ਧਿਆਨ ਕਾਦਰ ਵੱਲ ਨਹੀਂ ਜਾ ਸਕਦਾ। ਕਾਦਰ ਦੀ ਮਹਿਮਾ ਵੀ ਕੁਦਰਤ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਭਗਤਾਂ ਨੇ, ਰੱਬ ਦੇ ਪਿਆਰਿਆਂ ਨੇ ਕਾਦਰ ਦੀ ਮਹਿਮਾ ਕਿੱਥੋਂ ਗਾਈ ਹੈ? ਇਸ ਕੁਦਰਤ ਦੀ ਕਿਤਾਬ ਨੂੰ ਜਿਹੜਾ ਪੜ੍ਹਦਾ ਹੈ, ਉਹਦਾ ਧਿਆਨ ਮਾਲਕ ਵੱਲ ਚਲਾ ਜਾਂਦਾ ਹੈ। ਕੁਦਰਤ ਇੱਕ ਗਿਆਨ ਹੈ, ਇਹਦੇ ਚੋਂ ਪਰਮਾਤਮਾ ਦਾ ਧਿਆਨ ਪ੍ਰਗਟ ਹੋ ਜਾਂਦਾ ਹੈ। ਗਿਆਨ ਕੁਦਰਤ ਦਾ ਹੈ, ਧਿਆਨ ਅਕਾਲ ਪੁਰਖ ਦਾ ਹੈ। ਸਤਿਗੁਰ ਨੇ ਵੀ ਇਸ ਅਸ਼ਟਪਦੀ ਅੰਦਰ ਕਾਦਰ ਦੀ ਰਚਨਾ ਦਾ ਜ਼ਿਕਰ ਕੀਤਾ ਹੈ। ਜਿਸ ਰਚਨਾ ਚੋਂ ਰਚਨਹਾਰ ਦੀ ਮਹਿਮਾ ਆਪਣੇ ਆਪ ਹੀ ਪ੍ਰਗਟ ਹੁੰਦੀ ਪਈ ਹੈ। ਤੇ ਸਾਹਿਬ ਆਖਦੇ ਨੇ ਉਸਤਤ ਕਰੈ ਅਨੇਕ ਜਨ। ਇੱਕ ਨਹੀਂ, ਅਨੇਕਾਂ ਹੀ। ਵਿਧੀਆਂ ਵੀ ਅਨੇਕ ਵਰਤ ਰਹੇ ਨੇ, ਉਸਤਤ ਕਰਨ ਵਾਲੇ ਵੀ ਕਈ ਨੇ। ਕਈ ਪ੍ਰਕਾਰ ਨਾਲ ਉਸਤਤ ਕੀਤੀ ਜਾ ਰਹੀ ਹੈ। ਸਤਿਗੁਰ ਇੱਥੇ ਇਹ ਨਹੀਂ ਕਹਿ ਰਹੇ ਵੀ ਕਿਹੜਾ ਢੰਗ ਚੰਗਾ ਹੈ, ਕਿਹੜਾ ਨਹੀਂ ਚੰਗਾ। ਜਿਵੇਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸਤਿਗੁਰ ਆਖ ਰਹੇ ਨੇ, ਇਸੇ ਤਰ੍ਹਾਂ ਜਪਜੀ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਅਸੰਖ ਦੀਆਂ ਪੌੜੀਆਂ ਪੜ੍ਹਦੇ ਹਾਂ, ਉੱਥੇ ਵੀ ਸਾਹਿਬ ਨੇ ਅਸੰਖਾਂ ਹੀ ਜਪਣ ਵਾਲਿਆਂ ਦਾ, ਪਾਠ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ। ਨਾਲ ਹੀ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ ਦਾ ਵੀ ਜ਼ਿਕਰ ਕੀਤਾ ਹੈ। ਅਸੰਖ ਨਾਮ ਅਸੰਖ ਥਾਮ, ਇਹਦਾ ਵੀ ਸਾਹਿਬ ਨੇ ਜ਼ਿਕਰ ਕੀਤਾ ਹੈ। ਤੋ ਸਤਿਗੁਰੂ ਅਖੀਰ ਤੇ ਕੀ ਕਹਿ ਰਹੇ ਨੇ? ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਦਾ ਅਰਥ ਹੈ ਤਾਕਤ। ਗੁਰਦੇਵ ਕਹਿੰਦੇ ਮੇਰੀ ਤਾਕਤ ਨਹੀਂ ਹੈ ਮੈਂ ਤੇਰੇ ਪਾਰਾਵਾਰ ਦਾ ਅੰਤ ਪਾ ਸਕਾਂ। ਹਾਂ, ਤੇਰੀ ਬੇਅੰਤਤਾ ਵਿੱਚੋਂ ਤੇਰੀ ਸਿਫਤ ਸਲਾਹ ਜ਼ਰੂਰ ਕੀਤੀ ਜਾ ਸਕਦੀ ਹੈ। ਕੋਈ ਕੇਸ ਰੂਪ ਦਾ, ਕੋਈ ਕੇਸ ਰੂਪ ਦਾ ਜੀ ਹੈ, ਜੰਤ ਹੈ। ਵੱਖ ਵੱਖ ਢੰਗ ਨੇ ਵਾਹਿਗੁਰੂ, ਪਰ ਇਸ ਰਚਨਾ ਚੋਂ ਸਪਸ਼ਟ ਇਹੀ ਹੋ ਰਿਹਾ ਹੈ, ਤੂੰ ਰਚਨਹਾਰ ਬੜਾ ਬੇਅੰਤ ਹੈ। ਤੂੰ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ। ਜਿਸ ਦਾ ਕੋਈ ਪਾਰਾਵਾਰ, ਕੋਈ ਅੰਤ ਨਹੀਂ ਹੈ। ਨਾਨਕ ਰਚਨਾ ਪ੍ਰਭ ਰਚੀ। ਇਹ ਰਚਨਾ ਕਿਤੇ ਵੀ ਗੁਰਬਾਣੀ 'ਚ ਦੋ ਰਾਏ ਨਹੀਂ ਹੈ ਵੀ ਮਾਲਕ ਤੋਂ ਬਿਨਾਂ ਕਿਸੇ ਨੇ ਰਚਨਾ ਰਚੀ ਹੋਏ। ਨਾਨਕ ਰਚਨਾ ਪ੍ਰਭ ਰਚੀ। ਪ੍ਰਭ ਦੇ ਭੱਬੇ ਨੂੰ ਸਿਆਰੀ ਪ੍ਰਭੂ ਨੇ। ਬਹੁ-ਬਿਧ ਅਨਕ ਪ੍ਰਕਾਰ। ਅਨਕ ਸ਼ਬਦ ਬਣਦਾ ਹੀ ਉੱਥੇ ਹੈ ਜਿੱਥੇ ਸਾਡਾ ਇਲਮ ਮੁੱਕ ਜਾਂਦਾ ਹੈ, ਜਿੱਥੇ ਸਾਡਾ ਕੋਈ ਇਲਮ ਨਹੀਂ ਰਿਹਾ, ਉੱਥੇ ਪਾਰਾਵਾਰ ਦੀ ਗੱਲ ਆਏਗੀ। ਜਦੋਂ ਇਲਮ ਦੀ ਪਕੜ ਅਸੀਂ ਛੱਡ ਦਿੰਦੇ ਹਾਂ,
ਉਸ ਪਕੜ ਛੱਡਣ 'ਤੇ ਹੀ ਸਾਨੂੰ ਵਿਸਮਾਦ, ਅਚਰਜਤਾ ਪ੍ਰਾਪਤ ਹੁੰਦੀ ਹੈ। ਜਿੰਨਾ ਚਿਰ ਤੱਕ ਮਨੁੱਖ ਨੇ ਇਕੱਲਾ ਆਪਣਾ ਇਲਮ ਪਕੜਿਆ, ਉਹ ਗਿਆਨ ਜ਼ਰੂਰ ਪ੍ਰਾਪਤ ਕਰ ਲਏਗਾ ਜਾਣਕਾਰੀ, ਪਰ ਰਹੱਸ ਵਿਸਮਾਦ ਨਹੀਂ ਉਹ ਕਦੇ ਮਾਣ ਸਕੇਗਾ। ਸੋ ਅਨਕ ਜਿੱਥੇ ਇਲਮ ਛੁੱਟ ਗਏ, ਸਾਡੀ ਮੱਤ ਬੁੱਧ ਹਾਰ ਗਈ ਹੈ ਜਿੱਥੇ, ਤੋ ਗੁਰਦੇਵ ਕਹਿੰਦੇ ਉਸ ਮਾਲਕ ਦੀ ਰਚਨਾ ਬੜੀ ਬੇਅੰਤ ਹੈ। ਬਹੁ-ਬਿਧ ਅਨਕ ਪ੍ਰਕਾਰ, ਕਈ ਪ੍ਰਕਾਰ ਕਈ ਵਿਧੀਆਂ, ਭਾਵੇਂ 4 ਖਾਣੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਅੰਡਜ, ਜੇਰਜ, ਸੇਤਜ, ਉਤਪੁਜ, ਪਰ ਗੁਰਦੇਵ ਕਹਿਣ ਲੱਗੇ 4 ਹੀ ਨਹੀਂ। ਜੇ ਆਪਾਂ ਕਹਿਤਾ ਵੀ 4 ਹੀ ਖਾਣੀਆਂ ਨੇ, ਫਿਰ ਤੇ ਰੱਬ ਦੀ ਰਚਨਾ ਨੂੰ ਅਸੀਂ ਨਿਰਧਾਰਤ ਕਰ ਲਿਆ, ਫਿਰ ਤੇ ਸਮਝ ਲਓ ਅਸੀਂ ਉਹਦਾ ਅੰਤ ਪਾਲਿਆ। ਜੇ ਆਪਾਂ 4 ਹੀ ਖਾਣੀਆਂ, ਠੀਕ ਹੈ, ਗੁਰਬਾਣੀ ਅੰਦਰ ਉਹ ਸ਼ਬਦ ਕੋਸ਼ ਵਰਤਿਆ ਗਿਆ ਜਿਹੜਾ ਸਾਡੀ ਸਮਝ ਵਿੱਚ ਆਉਂਦਾ ਹੈ, ਜਿਹੜਾ ਪੁਰਾਣ ਵਰਤਿਆ ਜਾ ਰਿਹਾ ਸੀ, ਕਿਉਂਕਿ ਕਿਸੇ ਨੂੰ ਕੋਈ ਗੱਲ ਤਾਂ ਹੀ ਸਮਝਾਈ ਜਾ ਸਕਦੀ ਹੈ ਜਿਹੜੀ ਸ਼ਬਦਾਵਲੀ, ਜਿਹੜੀ ਬੋਲੀ ਉਹ ਜਾਣਦਾ ਹੈ, ਉਸੇ ਬੋਲੀ 'ਚ ਹੀ ਕਿਸੇ ਨੂੰ ਕੁਝ ਸਮਝਾਇਆ ਜਾ ਸਕਦਾ ਹੈ। ਤੋ ਸਤਿਗੁਰਾਂ ਨੇ ਜਿਹੜੀਆਂ ਮਾਨਤਾਵਾਂ ਅਸੀਂ ਜਾਣਦੇ ਸਾਂ, ਉਹਨਾਂ ਰਾਹੀਂ ਹੀ ਸਾਨੂੰ ਸਮਝਾਇਆ ਹੈ। ਪਰ ਗੁਰੂ ਦਾ ਸਿਧਾਂਤ ਤੇ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਿਰੰਦ, ਗੁਰੂ ਦਾ ਸਿਧਾਂਤ ਤੇ ਇਹ ਹੈ, ਕਿਉਂਕਿ ਵਾਹਿਗੁਰੂ ਤੇਰੀ ਰਚਨਾ ਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ। ਉੱਥੇ ਇਹ ਵੀ ਨਹੀਂ ਕਿਹਾ ਜਾ ਸਕਦਾ 4 ਖਾਣੀਆਂ ਨੇ, ਜਾਂ ਉਹ ਵੀ ਨਹੀਂ ਕਿਹਾ ਜਾ ਸਕਦਾ ਵਾਹਿਗੁਰੂ ਇੱਥੇ 84 ਲੱਖੀ ਜੂਨ ਹੈ। ਉੱਥੇ ਕਈ ਰੂਪਾਂ ਦੇ ਜੀ ਜੰਤ ਸਾਡੇ ਧਿਆਨ ਤੋਂ ਅਗੋਚਰ ਰੂਪ ਦੇ ਅੰਦਰ ਵਰਤ ਰਹੇ ਨੇ। ਸਹਿਬ ਤਾਂ ਕਰਕੇ ਵਾਹਿਗੁਰੂ ਨੂੰ ਆਖਦੇ ਨੇ, ਵਾਹਿਗੁਰੂ ਤੂੰ ਕਿਤਨਾ ਮਹਾਨ ਸਿਰਜਣਹਾਰ ਹੈ, ਜਿਹਦੀ ਸਿਰਜਣਾ ਇਤਨੀ ਵੱਡੀ ਤੇ ਬੇਅੰਤ ਹੈ। ਗੁਰਦੇਵ ਆਖਦੇ ਨੇ ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ, ਕੋਟ ਦੇ ਟੈਂਕੇ ਨੂੰ ਸਿਆਰੀ, ਇਹਦਾ ਅਰਥ ਹੈ ਕਰੋੜਾਂ। ਕਿੰਨੇ ਕਰੋੜਾਂ ਪੁਜਾਰੀ ਨੇ, ਪੁਜਾਰੀ ਦਾ ਅਰਥ ਹੈ ਜੋ ਪੂਜਾ ਕਰਨ ਵਾਲੇ ਨੇ। ਕੋਈ ਕਿੱਦਾਂ ਪੂਜਾ ਕਰ ਰਿਹਾ ਹੈ, ਕੋਈ ਕਿਸ ਰੂਪ ਅੰਦਰ ਪੂਜਾ ਕਰ ਰਿਹਾ ਹੈ। ਕਰੋੜਾਂ ਹੀ ਮਾਲਕ ਪੁਜਾਰੀ ਨੇ, ਉਹਨਾਂ ਦੇ ਪੂਜਾ ਕਰਨ ਦੇ ਢੰਗ ਉਹ ਵੀ ਵੱਖੋ ਵੱਖ ਰੂਪ ਦੇ ਨੇ। ਕਈ ਕੋਟ ਆਚਾਰ ਵਿਵਹਾਰੀ, ਕਿੰਨੇ ਕਰੋੜਾਂ ਨੇ ਜਿਹੜੇ ਆਚਰਣ ਨੂੰ ਸ਼ੁੱਧ ਕਰਨ ਵਿੱਚ ਲੱਗੇ ਨੇ, ਚੰਗਾ ਵਿਵਹਾਰ ਕਰਦੇ ਨੇ, ਚੰਗੇ ਆਚਰਣ ਦੇ ਮਾਲਕ ਨੇ। ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਅਸੀਂ ਕੁਝ ਵੀ ਨਿਰਧਾਰਤ ਨਹੀਂ ਕਰ ਸਕਦੇ ਇਸ ਕੁਦਰਤ ਦੇ ਅੰਦਰ। ਤੇ ਬਹੁਤ ਛੋਟਾ ਮਨੁੱਖ ਹੋ ਜਾਂਦਾ ਹੈ ਜਦੋਂ ਨਿਰਧਾਰਤ ਕਰਕੇ ਤੁਰਦਾ ਹੈ ਜ਼ਿੰਦਗੀ ਅੰਦਰ। ਉਹਦੀ ਜ਼ਿੰਦਗੀ 'ਚ ਰਹੱਸ ਦੀ, ਆਨੰਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਤੇ ਅਸੀਂ ਤੇ ਕਹਿ ਰਹੇ ਹਾਂ ਵੀ ਸੰਸਾਰ ਨਹੀਂ, ਗੁਰੂ ਨੂੰ ਵੀ ਨਿਰਧਾਰਤ ਕਰ ਦਈਏ। ਕੋਈ ਸੱਜਣ ਕਹਿ ਰਹੇ ਸੀ, ਭਾਈ ਸਾਹਿਬ ਜੀ ਬਾਣੀ ਦੇ ਇੱਕ ਅਰਥ ਕਿਉਂ ਨਹੀਂ ਕਰਦੇ? ਮੈਂ ਬੇਨਤੀ ਕੀਤੀ, ਬਾਣੀ ਦੇ ਅਰਥ ਨਹੀਂ ਹੋ ਸਕਦੇ ਕਿ ਅਸੀਂ ਚਾਹੁੰਦੇ ਹਾਂ ਵੀ ਗੁਰੂ ਨੂੰ ਵੀ ਨਿਰਧਾਰਤ ਕਰ ਦਈਏ। ਇੱਥੋਂ ਸ਼ੁਰੂ ਹੁੰਦਾ, ਇੱਥੋਂ ਖਤਮ ਹੋ ਗਿਆ, ਬਸ ਇਹਦੇ ਤੋਂ ਬਾਅਦ ਨਹੀਂ ਕੁਝ ਹੋ ਸਕਦਾ। ਉੱਥੇ ਫਿਰ ਰਹੱਸ ਨਹੀਂ ਰਹਿ ਜਾਣਾ, ਵਿਸਮਾਦ ਨਹੀਂ ਰਹਿ ਜਾਣਾ ਕਦੇ ਵੀ ਜੀਵਨ ਅੰਦਰ। ਗੁਰਬਾਣੀ ਦੇ ਇੱਕ ਅਰਥ ਹੋ ਹੀ ਨਹੀਂ ਸਕਦੇ ਕਦੇ ਵੀ, ਕਿਉਂਕਿ ਜਿਵੇਂ ਜਿਵੇਂ ਕਿਸੇ ਦਾ ਅਨੁਭਵ ਹੈ ਉਸੇ ਤਰ੍ਹਾਂ ਹੀ ਬਾਣੀ ਦਾ ਬੋਧ ਆਏਗਾ। ਤੇ ਜਿਵੇਂ ਜਿਵੇਂ ਸਾਡਾ ਅਨੁਭਵ ਬਦਲਦਾ ਹੈ, ਗੁਰਬਾਣੀ ਦਾ ਬੋਧ ਵੀ ਉਸੇ ਰੂਪ ਅੰਦਰ ਸਾਨੂੰ ਸੇਧ ਬਖਸ਼ਿਸ਼ ਕਰ ਦਿੰਦਾ ਹੈ। ਸੋ ਜੇ ਆਪਾਂ ਕਹਾਂਗੇ ਨਿਰਧਾਰਤ ਕਰ ਦਈਏ ਸਭ ਇੱਕੋ ਜਿਹਾ ਹੀ ਹੋਏ, ਜਿੰਨਾ ਕੁ ਮੈਂ ਸੋਚਿਆ ਉਤਨਾ ਕੁ ਹੋਏ, ਉੱਥੇ
ਆਨੰਦ ਦੀ ਕਲਪਨਾ ਨਹੀਂ ਰਹਿ ਜਾਣੀ, ਉੱਥੇ ਰਹੱਸ ਵਿਸਮਾਦ ਨਹੀਂ ਕਦੇ ਆਉਣਾ। ਠੀਕ ਹੈ, ਬੇਰਸੀ ਜ਼ਿੰਦਗੀ ਹੋਏਗੀ, ਤਾਂ ਹੀ ਜਿਹੜਾ ਮਨੁੱਖ ਕਹਿ ਜਾਂਦਾ ਵੀ ਮੈਂ ਸਭ ਕੁਝ ਜਾਣ ਗਿਆ, ਉਹ ਫਿਰ ਹਰਨਾਕਸ਼ ਬਿਰਤੀ ਵਰਗਾ ਬਣ ਜਾਂਦਾ। ਉਹ ਦੂਜੇ ਦੀ ਹੋਂਦ ਨੂੰ ਕਬੂਲ ਹੀ ਨਹੀਂ ਕਰਦਾ, ਦੂਜੇ ਦੀ ਮਹਿਮਾ ਕਬੂਲ ਨਹੀਂ ਕਰਦਾ, ਦੂਜੇ ਦਾ ਗਿਆਨ ਵੀ ਕਬੂਲ ਨਹੀਂ ਕਰਦਾ। ਫਿਰ ਹਰਨਾਕਸ਼ ਵਰਗੀ ਬਿਰਤੀ ਦੂਜੇ ਦਾ ਨਾਸ਼ ਕਰਨਾ ਚਾਹੁੰਦੀ ਹੈ। ਪਰ ਜਿਹੜਾ ਬੇਅੰਤਤਾ ਵਿੱਚ ਜਿਉਂਦਾ ਹੈ, ਰਹੱਸ ਵਿੱਚ ਜਿਉਂਦਾ ਹੈ, ਵਿਸਮਾਦ ਵਿੱਚ ਜਿਉਂਦਾ ਹੈ, ਉਹ ਸਭਨਾਂ ਨੂੰ ਕਬੂਲ ਕਰ ਲੈਂਦਾ ਹੈ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਉਹ ਦਾਤੇ ਵੱਲ ਵੇਖਿਆ ਤਾਂ ਵੀ ਵਿਸਮਾਦ ਵਿੱਚ ਆ ਗਿਆ, ਭਿਖਾਰੀ ਵੱਲ ਵੇਖਿਆ ਤਾਂ ਵੀ ਵਿਸਮਾਦ ਵਿੱਚ ਆ ਗਿਆ। ਬੜੀ ਵਿਸਮਾਦਤਾ ਹੋਏਗੀ, ਜਿਹਦਾ ਜ਼ਿਕਰ ਸਾਹਿਬ ਜੀ ਕਰਦੇ ਨੇ। ਕਈ ਕੋਟ ਭਏ ਤੀਰਥ ਵਾਸੀ, ਕਿੰਨੇ ਕਰੋੜਾਂ ਨੇ ਤੀਰਥਾਂ ਦੇ ਵਾਸੀ ਨੇ, ਕਿੰਨੇ ਕਰੋੜਾਂ ਲੋਕ ਸਾਡੇ ਇਸ ਦੇਸ਼ ਅੰਦਰ। ਠੀਕ ਹੈ, ਉਸ ਕਰਮ ਚੋਂ ਕੁਝ ਪ੍ਰਾਪਤ ਹੋ ਰਿਹਾ ਨਹੀਂ ਹੋ ਰਿਹਾ, ਸਤਿਗੁਰੂ ਇਹ ਫੈਸਲਾ ਨਹੀਂ ਕਰ ਰਹੇ। ਸਤਿਗੁਰ ਕੇਵਲ ਇਸ ਅਸ਼ਟਪਦੀ ਅੰਦਰ ਪਰਮਾਤਮਾ ਦੀ ਰਚਨਾ ਦੀ ਭਿੰਨਤਾ ਦਾ ਜ਼ਿਕਰ ਕਰਦੇ ਨੇ। ਵੀ ਕੋਈ ਕਹੇ ਇੱਥੇ ਮੈਂ ਇੱਕੋ ਜਿਹਾ ਹੀ ਸਭ ਕੁਝ ਲੱਭ ਲਵਾਂ, ਸਾਰੇ ਮੇਰੇ ਵਰਗੇ ਹੋ ਜਾਣ, ਇਹ ਸੰਭਵ ਨਹੀਂ ਹੈ। ਅਸੀਂ ਵੀ ਇਸੇ ਤਰ੍ਹਾਂ ਸੋਚਦੇ ਹਾਂ ਵੀ ਜਿੱਦਾਂ ਮੈਂ ਕਰਦਾ ਦੂਜਾ ਵੀ ਉੱਦਾਂ ਕਰੇ। ਕੱਟੜਤਾ ਇੱਥੋਂ ਹੀ ਪੈਦਾ ਹੁੰਦੀ ਹੈ, ਈਰਖਾ, ਦਵੈਕ, ਖੂਨ ਖਰਾਬਾ ਇੱਥੋਂ ਹੀ ਪੈਦਾ ਹੁੰਦਾ ਹੈ। ਔਰੰਗਜ਼ੇਬ ਇਹੀ ਕਹਿ ਰਿਹਾ ਸੀ, ਮੈਂ ਨਮਾਜ਼ ਕਰਦਾ ਦੂਜੇ ਵੀ ਪੜ੍ਹਨ, ਮੈਂ ਮਸੀਤ ਵੀ ਜਾਣਾ ਦੂਜੇ ਵੀ ਜਾਣ। ਦੂਸਰਾ ਜਨੇਊ ਕਿਉਂ ਪਾਲਿਆ? ਦੂਸਰਿਆਂ ਦੇ ਮੰਦਰ 'ਚ ਆਰਤੀ ਕਿਉਂ ਹੋਏ? ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਔਰੰਗਜ਼ੇਬ ਤੂੰ ਨਮਾਜ਼ ਪੜ੍ਹ, ਚੰਗੀ ਗੱਲ ਹੈ, ਖੁਦਾ ਦੀ ਖੁਸ਼ੀ ਮਿਲੇਗੀ, ਪਰ ਤੈਨੂੰ ਕੋਈ ਹੱਕ ਨਹੀਂ ਹੈ ਕਿਸੇ ਦੇ ਜਨੇਊ ਨੂੰ ਲਾਉਣ ਦਾ, ਮੰਦਰ ਨੂੰ ਤੋੜਨ ਦਾ। ਇਹ ਤੇਰੇ ਖੁਦਾ ਨੇ ਤੈਨੂੰ ਹੱਕ ਨਹੀਂ ਦਿੱਤਾ, ਇਹ ਤੇਰਾ ਹੰਕਾਰ ਹੈ। ਜੇ ਖੁਦਾ ਨੂੰ ਚੰਗਾ ਨਾ ਲੱਗਦਾ ਬਣਾਉਂਦਾ ਹੀ ਕਿਉਂ? ਫਿਰ ਉਹ ਦੂਜੇ ਨੂੰ ਬਣਾਉਂਦਾ ਹੀ ਕਿਉਂ? ਉਹ ਬਣਾ ਹੀ ਇੱਕੋ ਜਿਹਾ ਦਿੰਦਾ ਸਭ ਕੁਝ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਮੁਬਾਰਕ ਹੈ ਤੇਰੀ ਨਮਾਜ਼, ਤੇਰੇ ਕਲਮੇ, ਤੇਰੀ ਮਸੀਤ, ਪਰ ਯਾਦ ਰੱਖੀ ਜਿੱਥੇ ਦੂਜਾ ਕੋਈ ਕਰ ਰਿਹਾ, ਜੇ ਉਸ ਨੂੰ ਤੂੰ ਤੋੜ ਭੰਨ ਰਿਹਾ, ਫਿਰ ਖੁਦਾ ਦੀ ਖੁਸ਼ੀ ਨਹੀਂ ਮਿਲਣੀ ਕਦੇ ਵੀ। ਬੜੀ ਰਚਨਾ ਹੈ, ਕਰਤੇ ਦੀ ਬੇਅੰਤ ਰਚਨਾ ਹੈ। ਸੋ ਜ਼ਰੂਰੀ ਨਹੀਂ ਹੈ ਵੀ ਜਿੱਦਾਂ ਮੈਂ ਕਰ ਰਿਹਾ ਦੂਜਾ ਵੀ ਉੱਦਾਂ ਕਰੇ। ਅਸੀਂ ਲੜਦੇ ਹਾਂ। ਗੁਰੂ ਨਾਨਕ ਦੇ ਘਰ 'ਚ ਵੀ ਵੰਡੀਆਂ ਤਾਂ ਹੀ ਪਈਆਂ ਨੇ, ਜਿੱਦਾਂ ਮੈਂ ਕਰਦਾ, ਮੈਂ ਪਾਠ ਕਰਦਾ, ਮੈਂ ਨਾਮ ਜਪਦਾ, ਦੂਜਾ ਕਿਉਂ ਨਹੀਂ ਇਸ ਤਰ੍ਹਾਂ ਕਰਦਾ? ਜਿਹੜੀ ਜਥੇਬੰਦੀ ਦੀ ਮਰਿਆਦਾ ਮੈਂ ਮੰਨਦਾ, ਦੂਜਾ ਕਿਉਂ ਨਹੀਂ ਮੰਨਦਾ? ਜਿੱਥੋਂ ਅਸੀਂ ਸੁੰਗੜ ਜਾਂਦੇ ਹਾਂ, ਜਿੱਥੋਂ ਜ਼ਿੰਦਗੀ 'ਚ ਰਸ ਖਤਮ ਹੋ ਜਾਂਦਾ ਫਿਰ ਸਾਡਾ। ਤੋ ਗੁਰਦੇਵ ਜੀ ਸਾਡੇ ਅੰਦਰ ਉਹ ਬੇਅੰਤਤਾ, ਉਹ ਵਿਗਾਸ ਪੈਦਾ ਕਰਦੇ ਨੇ। ਸਾਹਿਬ ਜੀ ਇਹ ਨਹੀਂ ਕਹਿ ਰਹੇ ਵੀ ਕੋਈ ਚੰਗਾ ਕਰਮ ਕਰ ਰਿਹਾ ਕਿ ਮੰਦਾ ਕਰ ਰਿਹਾ। ਸਤਿਗੁਰ ਨਿਰੋਲ ਉਸ ਦੀ ਬੇਅੰਤਤਾ ਦਾ ਰਸ ਮਾਣਦੇ ਨੇ। ਤੋ ਕਈ ਕੋਟ ਭਏ ਤੀਰਥ ਵਾਸੀ, ਕਈ ਕਰੋੜਾਂ ਤੀਰਥਾਂ ਦੇ ਵਾਸੀ ਨੇ, ਟੁੱਬੀਆਂ ਲਾ ਰਹੇ ਨੇ। ਉਹ ਸਮਝਦੇ ਨੇ ਸ਼ਾਇਦ ਨਹਾ ਕੇ ਸਾਨੂੰ ਪਵਿੱਤਰਤਾ ਮਿਲ ਜਾਣੀ ਹੈ। ਕਈ ਕੋਟ ਬਨ ਭਰਮੈ ਉਦਾਸੀ, ਕਈ ਕਰੋੜਾਂ ਨੇ ਜਿਹੜੇ ਆਪਣਾ ਘਰ-ਬਾਰ, ਪਰਿਵਾਰ ਤਿਆਗ ਕੇ ਜੰਗਲਾਂ ਦੇ ਵਿੱਚ ਉਦਾਸੀ ਬਣ ਕੇ ਭਰਮਦੇ ਨੇ। ਕਈ ਕੋਟ ਵੇਦ ਕੇ ਸਰੋਤੇ, ਕਈ ਕਰੋੜਾਂ ਨੇ ਜਿਹੜੇ ਵੇਦਾਂ ਦੇ ਸਰੋਤੇ ਨੇ, ਵੇਦਾਂ ਨੂੰ ਪੜ੍ਹਦੇ ਨੇ, ਸੁਣਦੇ ਨੇ। ਕਈ ਕੋਟ ਤਪੀਸੁਰ ਹੋਤੇ, ਕਿੰਨੇ ਕਰੋੜਾਂ ਨੇ ਜਿਹੜੇ ਤਪ ਤਪਾ ਰਹੇ ਨੇ, ਕਿੰਨੇ ਵਿਖਮ ਵਿਖਮ ਸਾਧਨਾ, ਔਖੇ ਤਪ ਕਰਦੇ ਨੇ, ਸਰੀਰ ਨੂੰ
ਤਪਾ ਕੇ ਸੋਚਦੇ ਨੇ ਸ਼ਾਇਦ ਇਹਦੇ ਚੋਂ ਪਰਮਾਤਮਾ ਦੀ ਨੇੜਤਾ ਪ੍ਰਾਪਤ ਹੋ ਜਾਏ। ਕਈ ਕੋਟ ਆਤਮ ਧਿਆਨ ਧਾਰੇ, ਕਿੰਨੇ ਕਰੋੜਾਂ ਨੇ ਆਪਣੇ ਅੰਦਰ ਧਿਆਨ ਧਰ ਰਹੇ ਨੇ, ਸਮਾਧੀਆਂ ਲਾ ਕੇ ਬੈਠੇ ਨੇ, ਅੰਤਰ ਧਿਆਨ ਹੋ ਰਹੇ ਨੇ, ਉਹ ਵੀ ਕਈ ਨੇ। ਕਈ ਕੋਟ ਕਿੰਨੇ ਕਰੋੜਾਂ ਨੇ ਕਬ ਕਾਬ ਵਿਚਾਰੇ, ਕਵੀਆਂ ਦੇ ਲਿਖੇ ਹੋਏ ਕਵਿਤ ਰਚਨਾਵਾਂ ਨੂੰ ਵਿਚਾਰਦੇ ਪਏ ਨੇ। ਕਿੰਨੇ ਕਰੋੜਾਂ ਨੇ ਜਿਹੜੇ ਕਵੀਆਂ ਵੱਲੋਂ, ਰਿਸ਼ੀਆਂ ਵੱਲੋਂ ਲਿਖੇ ਗ੍ਰੰਥਾਂ ਨੂੰ ਵਿਚਾਰਦੇ ਨੇ। ਕਈ ਕੋਟ ਨਵਤਨ ਨਾਮ ਧਿਆਵੇਂ, ਕਿੰਨੇ ਕਰੋੜਾਂ ਨੇ ਨਵੇਂ ਤੋਂ ਨਵਾਂ ਨਾਮ ਧਿਆਉਂਦੇ ਨੇ। ਉਹਨਾਂ ਨੇ ਇੱਕ ਨਾਮ ਨਹੀਂ ਲਿਆ, ਕਈ ਪ੍ਰਕਾਰ ਦੇ ਨਾਮ। ਜਿਵੇਂ ਸ਼ੇਖ ਨਾਗ ਦਾ ਜ਼ਿਕਰ ਆਉਂਦਾ ਹੈ, ਗੋਰਖਨਾਥ ਦਾ ਜ਼ਿਕਰ ਆਉਂਦਾ ਹੈ, ਉਹ ਹਮੇਸ਼ਾ ਹੀ ਨਵੀਂ ਸਾਧਨਾ ਸਾਧਦਾ ਸੀ, ਨਵਾਂ ਧਿਆਨ ਧਰਦਾ ਸੀ। ਪਤਾ ਨਹੀਂ ਸੀ ਲੱਗਦਾ ਕਿਸੇ ਨੂੰ ਕਿ ਕਿਹੜਾ ਧਿਆਨ ਧਰਨਾ ਹੈ, ਕਿਹੜੀ ਸਾਧਨਾ ਹੈ। ਉਹ ਵੀ ਸਤਿਗੁਰ ਕਹਿੰਦੇ ਬੜੇ ਨੇ, ਨਵਤਨ ਨਾਮ ਧਿਆਵੇਂ, ਨਵੇਂ ਤੋਂ ਨਵਾਂ। ਜਿੰਨੇ ਵੀ ਨਾਮ ਨੇ ਕਰਤੇ ਦੇ ਨਾਮ ਨੇ, ਉਹਦਾ ਕੋਈ ਅੰਤ ਨਹੀਂ ਹੈ, ਉਹਦੀ ਮਹਿਮਾ ਦਾ। ਨਾਨਕ ਕਰਤੇ ਕਾ ਅੰਤ ਨਾ ਪਾਵੇਂ, ਫਿਰ ਵੀ ਕਰਤੇ ਦਾ ਕੋਈ ਅੰਤ ਥੋੜਾ ਪਾ ਸਕਿਆ। ਵੇਦਾਂ ਦੇ ਸਰੋਤੇ ਬਣ ਕੇ, ਤੀਰਥਾਂ ਦੇ ਵਾਸੀ ਬਣ ਕੇ, ਪੁਜਾਰੀ ਬਣ ਕੇ, ਆਚਾਰ ਵਿਹਾਰੀ ਬਣ ਕੇ, ਤਪ ਤਪਾ ਕੇ। ਠੀਕ ਹੈ, ਕੋਈ ਪੰਛੀ ਆਕਾਸ਼ ਵਿੱਚ ਉਡਾਰੀ ਮਾਰੇ, ਆਨੰਦ ਲਏ, ਪਰ ਆਕਾਸ਼ ਦਾ ਕੋਈ ਅੰਤ ਨਹੀਂ ਪਾ ਸਕਦਾ। ਠੀਕ ਹੈ, ਕੋਈ ਮੱਛੀ ਪਾਣੀ ਵਿੱਚ ਤਰ ਕੇ ਆਨੰਦ ਲੈ ਸਕਦੀ ਹੈ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਉਸ ਬੇਅੰਤਤੀ ਬੇਅੰਤਤਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਉਹ ਅਨੇਕ ਪ੍ਰਕਾਰ ਦੀ ਹੈ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਪੰਛੀ ਐਸਾ ਨਹੀਂ ਕਰ ਸਕਦਾ ਵੀ ਉੱਡਦਾ ਉੱਡਦਾ ਆਕਾਸ਼ ਤੋਂ ਪਰੇ ਲੰਘ ਜਾਏ, ਨਹੀਂ ਸੰਭਾਵਨਾ। ਮੱਛੀ ਤਰਦੀ ਤਰਦੀ ਪਾਣੀ ਚੋਂ ਪਾਰ ਨਿਕਲ ਜਾਏ, ਸੰਭਾਵਨਾ ਨਹੀਂ ਹੈ। ਕੋਈ ਉਹਦੇ ਗੁਣ ਗਾਉਂਦਾ ਗਾਉਂਦਾ ਉਹਦੇ 'ਚ ਸਮਾ ਸਕਦਾ ਹੈ, ਪਰ ਉਹਦਾ ਅੰਤ ਨਹੀਂ ਪਾ ਸਕਦਾ। ਨਾਨਕ ਕਰਤੇ ਕਾ ਅੰਤ ਨਾ ਪਾਵੇਂ, ਉਹ ਕਰਤੇ ਦਾ ਅੰਤ ਨਹੀਂ ਪਾਉਂਦੇ, ਭਾਵ ਪਾ ਨਹੀਂ ਸਕਦੇ। ਕਈ ਕੋਟ ਭਏ ਅਭਿਮਾਨੀ, ਹੁਣ ਸਤਿਗੁਰੂ ਦੂਜਾ ਪੱਖ ਬਿਆਨ ਕਰਦੇ ਨੇ। ਕਿੰਨੇ ਕਰੋੜਾਂ ਨੇ ਜਿਹੜੇ ਅਭਿਮਾਨੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਰੱਬ ਵੱਲੋਂ ਮਿਲਿਆ ਮਾਣ ਜਰਿਆ ਨਾ ਜਾਏ। ਮਾਣ ਬਖਸ਼ਿਆ ਸੀ ਉਹਨੇ ਵਿਦਵਤਾ ਦਾ, ਮਾਣ ਬਖਸ਼ਿਆ ਸੀ ਧਨ ਦਾ, ਮਾਣ ਬਖਸ਼ਿਆ ਸੀ ਸੁੰਦਰਤਾ ਦਾ, ਮਾਣ ਬਖਸ਼ਿਆ ਸੀ ਪਦਵੀ ਦਾ, ਪਰ ਜਿਨ੍ਹਾਂ ਕੋਲੋਂ ਜਰਿਆ ਨਹੀਂ ਜਾਂਦਾ ਅਭਿਮਾਨੀ ਹੋ ਜਾਂਦੇ ਨੇ। ਮਾਣ ਮਾੜਾ ਨਹੀਂ ਸੀ, ਦਾਤੇ ਨੇ ਬਖਸ਼ਿਆ। ਜਿੰਨਾ ਵੀ ਮਾਣ ਹੈ, ਵਡਿਆਈ ਹੈ, ਉਹ ਮਾਲਕ ਨੇ ਬਖਸ਼ੀ। ਪਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਕੋਲੋਂ ਜਰੀ ਨਹੀਂ ਜਾਂਦੀ। ਕਿੰਨੇ ਅਭਿਮਾਨੀ ਨੇ, ਕਿਸੇ ਨੂੰ ਪਦਵੀ ਦਾ ਮਾਣ ਹੈ, ਧਨ ਦਾ ਮਾਣ ਹੈ, ਸੁੰਦਰਤਾ ਦਾ ਮਾਣ ਹੈ, ਗਿਆਨ ਦਾ ਮਾਣ ਹੈ, ਤਾਕਤ ਦਾ ਮਾਣ ਹੈ। ਤੋ ਸਾਹਿਬ ਕਹਿੰਦੇ ਉਹ ਵੀ ਕਈ ਕਰੋੜਾਂ ਨੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਿੰਨੇ ਕਰੋੜਾਂ ਨੇ ਅੰਧ ਘੋਰ ਅੰਧਕਾਰ ਵਿੱਚ, ਸੋਝੀ ਨਹੀਂ ਜੀਵਨ ਦੀ। ਅੰਧ ਅਗਿਆਨੀ, ਕੀ ਕਰ ਰਹੇ ਹਾਂ, ਕੀ ਬੋਲ ਰਹੇ ਹਾਂ, ਕੋਈ ਸੋਝੀ ਨਹੀਂ ਹੁੰਦੀ। ਜ਼ਿੰਦਗੀ ਲੰਘ ਜਾਂਦੀ ਹੈ, ਬੋਲਦਿਆਂ ਬੋਲਦਿਆਂ ਰਹਿੰਦਿਆਂ, ਪਰ ਕੋਈ ਗਹਿਰੀ ਸਮਝ ਨਹੀਂ ਆਈ ਜੀਵਨ ਦੀ। ਬਸ ਖਾਓ ਪੀਓ ਤੇ ਮੌਜ ਕਰੋ। ਕਿੰਨਿਆਂ ਦਾ ਜੀਵਨ ਹੁੰਦਾ ਹੈ। ਕਈ ਕੋਟ ਕਿਰਪਨ ਕਠੋਰ, ਕਿੰਨੇ ਕਰੋੜਾਂ ਨੇ। ਕਿਰਪਨ ਦਾ ਅਰਥ ਹੈ ਕੰਜੂਸ। ਉਹ ਸਟੋਰ ਕਰ ਰਹੇ ਨੇ, ਵਰਤ ਨਹੀਂ ਸਕਦੇ। ਜਿਵੇਂ ਕੰਜੂਸ ਵਰਤ ਨਹੀਂ ਸਕਿਆ, ਇਕੱਠਾ ਕਰਦਾ ਰਿਹਾ। ਐਸੇ ਵੀ ਕਰੋੜਾਂ ਨੇ, ਕਿੰਨੇ ਕਿੰਨੇ ਸਾਲਾਂ ਦਾ ਪਿਆ ਹੈ, ਫਿਰ ਵੀ ਖੋਈ ਜਾ ਰਹੇ ਨੇ।
ਕਿੰਨੇ ਸਾਲਾਂ ਤੱਕ ਜ਼ਿੰਦਗੀ ਲੰਘ ਸਕਦੀ ਹੈ, ਲੋਭ ਫੇਰ ਵੀ ਨਹੀਂ ਗਿਆ, ਭ੍ਰਿਸ਼ਟਾਚਾਰ ਫੇਰ ਵੀ ਨਹੀਂ ਗਿਆ। ਤੋ ਕਿੰਨੇ ਕਰੋੜਾਂ ਨੇ, ਕਿਰਪਨ ਜਿਹੜਾ ਜੋੜਦਾ ਜਾਣਦਾ, ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਇਕੱਠਾ ਕਰਦੀ ਹੈ, ਖਾ ਨਹੀਂ ਸਕਦੀ, ਐਸੇ ਵੀ ਬੜੇ ਨੇ। ਘਰ ਬਣਾ ਲਏ ਨੇ, ਰਹਿਣ ਦਾ ਸਮਾਂ ਨਹੀਂ ਮਿਲਿਆ। ਬਹੁਤ ਕੁਝ ਜੋੜ ਲਿਆ, ਵਰਤਣ ਦਾ ਸਮਾਂ ਹੀ ਨਹੀਂ ਮਿਲਿਆ। ਕਈ ਕੋਟ ਕਿਰਪਨ ਕੰਜੂਸ ਨੇ ਜਿਹੜੇ, ਨਾ ਸੇਵਾ ਹੈ, ਨਾ ਪਰਉਪਕਾਰ ਹੈ, ਨਾ ਕਿਸੇ ਦਾ ਭਲਾ ਹੈ। ਕਠੋਰ ਬੜੇ ਸਖਤ ਨੇ ਜਿਹੜੇ, ਕੋਈ ਦਇਆ ਨਹੀਂ ਹੈ ਜੀਵਨ ਦੇ ਅੰਦਰ। ਮਨ ਪਤੀਜੇਗਾ, ਦਇਆ ਚੋਂ ਹੀ ਸੇਵਾ ਪੈਦਾ ਹੁੰਦੀ ਹੈ। ਜਿੱਥੇ ਦਇਆ ਨਹੀਂ, ਸੇਵਾ ਵੀ ਨਹੀਂ ਹੈ। ਜਿੱਥੇ ਦਇਆ ਨਹੀਂ ਹੈ, ਧਰਮ ਵੀ ਨਹੀਂ ਹੈ। ਜਿੱਥੇ ਦਇਆ ਨਹੀਂ ਹੈ, ਸੰਤੋਖ ਵੀ ਨਹੀਂ ਹੈ, ਮਾਂ ਨਹੀਂ ਹੈ, ਧੀ ਵੀ ਨਹੀਂ ਹੈ, ਪੁੱਤ ਵੀ ਨਹੀਂ ਹੈ। ਮਾਤ ਪਿਤਾ ਬਿਨ ਬਾਲ ਨਾ ਹੋਈ। ਦਇਆ ਤੋਂ ਬਿਨਾਂ ਸੇਵਾ ਕਿੱਥੋਂ ਹੋਣੀ ਹੈ? ਦਇਆ ਤੋਂ ਬਿਨਾਂ ਧਰਮ ਕਿੱਥੋਂ ਹੋਣਾ ਹੈ? ਦਇਆ ਤੋਂ ਬਿਨਾਂ ਨਿਮਰਤਾ ਵੀ ਕਿੱਥੇ ਹੋਣੀ ਹੈ? ਹੰਕਾਰ ਹੋਏਗਾ, ਅਭਿਮਾਨ ਹੋਏਗਾ। ਤੋ ਕਠੋਰ ਨੇ ਜਿਹੜੇ ਕਈ, ਸਖਤ ਪੱਥਰ ਵਰਗੇ। ਜ਼ਿੰਦਗੀ ਲੰਘ ਜਾਂਦੀ ਹੈ, ਤਬਦੀਲੀ ਨਹੀਂ ਆਉਂਦੀ। ਪੱਥਰ ਪਿਆ ਹੈ, ਕੋਈ ਤਬਦੀਲੀ ਨਹੀਂ। ਸਾਰਾ ਜੀਵਨ ਲੰਘ ਗਿਆ, ਕੋਈ ਯਾਤਰਾ ਸ਼ੁਰੂ ਨਹੀਂ ਹੋਈ, ਕੋਈ ਗਿਆਨ ਦੀ, ਕੋਈ ਸੇਵਾ ਦੀ, ਕੋਈ ਪਰਉਪਕਾਰ ਦੀ। ਬਿਲਕੁਲ ਪੱਥਰ ਵਰਗਾ ਜੀਵਨ ਹੈ। ਇਸ ਸੰਸਾਰੀ ਦਾ ਜੀਵਨ ਹੁੰਦਾ ਹੈ, ਜਗਿਆਸੂ ਦਾ ਜੀਵਨ ਹੁੰਦਾ ਹੈ ਪਾਣੀ ਵਰਗਾ, ਚੱਲ ਰਿਹਾ ਪਰ ਬੰਧਨ ਹੈ ਅਜੇ, ਦੋ ਕਿਨਾਰਿਆਂ ਦਾ ਬੰਧਨ ਹੈ। ਠੋਕਰਾਂ ਨੇ, ਰੁਕਾਵਟਾਂ ਨੇ। ਇੱਕ ਹੁੰਦਾ ਹੈ ਭਾਫ ਵਰਗਾ ਜੀਵਨ, ਆਕਾਸ਼ ਵਰਗਾ, ਸੰਤ ਦਾ, ਜਨ ਦਾ ਜੀਵਨ ਹੁੰਦਾ ਹੈ, ਬਿਲਕੁਲ ਖੁੱਲ੍ਹਾ। ਆਕਾਸ਼ ਵਰਗਾ ਹੀ ਹਿਰਦਾ ਸੀ ਭਗਤਾਂ ਦਾ, ਗੁਰੂਆਂ ਦਾ, ਤਾਂ ਹੀ ਇਕੱਠੇ ਬੈਠੇ ਰਹੇ। ਨਹੀਂ ਤੇ ਅਸੀਂ ਇੰਨੇ ਕਠੋਰ ਹੋ ਗਏ, ਪਿਓ ਪੁੱਤ ਇਕੱਠੇ ਨਹੀਂ ਬਹਿ ਸਕਦੇ, ਪਿਓ ਪੁੱਤ ਇਕੱਠੇ ਗੁਰਦੁਆਰੇ ਨਹੀਂ ਆ ਸਕਦੇ, ਪਿਓ ਪੁੱਤ ਇਕੱਠੇ ਰੋਟੀ ਨਹੀਂ ਖਾ ਸਕਦੇ, ਨੌ ਸੱਸ ਇਕੱਠੀਆਂ ਬਹਿ ਕੇ ਰਸੋਈ 'ਚ ਕੰਮ ਹੀ ਨਹੀਂ ਕਰ ਸਕਦੀ। ਕਠੋਰਤਾ ਵੱਧ ਗਈ, ਅਭਿਮਾਨ ਵੱਧ ਗਿਆ, ਸਖਤੀ ਵੱਧ ਗਈ ਜੀਵਨ ਦੇ ਅੰਦਰ। ਤੋ ਗੁਰਦੇਵ ਜੀ ਬਚਨ ਕਰਦੇ ਨੇ, ਜਿੱਥੇ ਰੱਬ ਦਾ ਪਿਆਰਾ ਹੁੰਦਾ ਹੈ, ਉਹ ਆਕਾਸ਼ ਵਰਗਾ ਹੈ, ਬੜੀ ਵਿਸ਼ਾਲਤਾ ਹੈ, ਸਮਦ੍ਰਿਸ਼ਟੀ ਹੈ, ਦਾਇਰਾ ਬਹੁਤ ਖੁੱਲ੍ਹਾ ਹੈ ਰੱਬ ਦੇ ਭਗਤ ਜਨ ਦਾ। ਤਾਂ ਹੀ ਉੱਥੇ ਸਭ ਆ ਜਾਂਦੇ ਨੇ। ਗੁਰੂ ਨਾਨਕ ਦੇ ਵਿਹੜੇ 'ਚ ਸਾਰੀ ਦੁਨੀਆ ਆ ਜਾਂਦੀ। ਇੱਥੇ ਕੋਈ ਵਿਤਕਰਾ ਨਹੀਂ ਹੋਏਗਾ। ਕੋਈ ਜਨੇਊ ਵਾਲੇ ਨੂੰ, ਕੋਈ ਕਲਮਾਂ ਵਾਲੇ ਨਾਲ ਕੋਈ ਵਿਤਕਰਾ ਨਹੀਂ। ਇੱਥੇ ਇਤਨਾ ਵਿਹੜਾ ਵੱਡਾ ਹੈ ਗੁਰੂ ਨਾਨਕ ਦਾ, ਸਾਰੀ ਮਾਨਵਤਾ ਨੂੰ ਸਤਿਗੁਰ ਆਪਣੇ ਕਲਾਵੇ 'ਚ ਲੈ ਲੈਂਦੇ ਨੇ। ਤੋ ਗੁਰਦੇਵ ਕਹਿਣ ਲੱਗੇ, ਕਠੋਰ ਜਿੱਥੇ ਯਾਤਰਾ ਨਹੀਂ ਸ਼ੁਰੂ ਹੋਈ, ਪੱਥਰ ਵਰਗਾ ਸਖਤ ਜੀਵਨ ਹੈ। ਇਹ ਵੀ ਬੜੇ ਰੱਬ ਦੀ ਰਚਨਾ 'ਚ ਬੇਅੰਤ ਨੇ। ਕਈ ਕੋਟ, ਕਿੰਨੇ ਕਰੋੜਾਂ ਹੀ ਸਾਹਿਬ ਜੀ ਕਹਿਣ ਲੱਗੇ। ਅਬ ਜਿੱਥੇ ਜਿਹੜਾ ਜੀਵਨ ਭਿੱਜਦਾ ਨਹੀਂ ਹੈ, ਅਭਿਗ ਜਿਹਨੂੰ ਬਦਲਿਆ ਨਾ ਜਾ ਸਕੇ। ਅਬ ਦਾ ਅਰਥ ਵੈਸੇ ਪਾਣੀ ਵੀ ਹੁੰਦਾ ਹੈ, ਅਬ ਦਾ ਅਰਥ ਨਿਰਮਲਤਾਈ ਵੀ ਹੁੰਦੀ ਹੈ। ਅਭਿਗ ਜਿਹਨੂੰ ਭਿਆ ਨਾ ਜਾ ਸਕੇ, ਜਿਹੜੇ ਭਿੱਜਦੇ ਨਹੀਂ ਕਹਿ ਲਈਏ, ਜਿਹੜੇ ਬਦਲਦੇ ਨਹੀਂ ਕਦੇ ਵੀ। ਤੋ ਸਤਿਗੁਰ ਕਹਿਣ ਲੱਗੇ, ਕਈ ਨੇ ਇਸੇ ਤਰ੍ਹਾਂ ਦੇ, ਕਈ ਕੋਟ, ਅਨੇਕਾਂ ਹੀ ਜਿਹੜੇ ਮਾਲਕ ਵਾਹਿਗੁਰੂ ਦੀ ਰਚਨਾ ਦੇ ਅੰਦਰ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਨਿਕੋਰ ਦਾ ਅਰਥ ਹੈ ਕੋਰੇ, ਅਭਿਗ ਦਾ ਅਰਥ ਹੈ ਭਿੱਜਦੇ ਨੇ, ਆਤਮ ਦਾ ਅਰਥ ਹੈ ਅੰਦਰ ਤੋਂ। ਲੱਗਦਾ ਹੈ ਕਈ ਵਾਰ ਮੇਰੇ ਵਰਗਿਆਂ ਦਾ ਜੀਵਨ ਧਰਮੀ ਹੋ ਗਿਆ। ਜਿਵੇਂ ਕਿਸੇ ਨੇ ਰੇਨਕੋਟ ਪਾਇਆ ਹੁੰਦਾ, ਲੱਗਦਾ ਹੈ ਭਿੱਜ ਗਿਆ, ਪਰ ਕੱਪੜੇ ਲਾਉਂਦਾ ਥੱਲੋਂ ਸੁੱਕੇ ਦਾ ਸੁੱਕਾ ਹੁੰਦਾ।
ਲੱਗਦਾ ਕੋਈ ਧਰਮ ਦੀਆਂ ਕਿਰਿਆਵਾਂ ਤੋਂ ਬੜਾ ਭਿਜਿਆ ਹੋਇਆ, ਬਹੁਤ ਭਿਜਿਆ ਹੋਇਆ। ਲੱਗਦਾ ਕੋਈ ਬਹਿ ਗਿਆ ਵੱਡੀ ਪਦਵੀ ਤੇ ਵਾਕਈ ਜਥੇਦਾਰ ਹੋਏਗਾ, ਪਰ ਬਿਲਕੁਲ ਅਪਿਗ ਰਹਿ ਜਾਂਦੇ ਨੇ। ਕੋਈ ਸਮਰਪਣ ਨਹੀਂ, ਕੋਈ ਪੰਥ ਦਾ ਦਰਦ ਨਹੀਂ, ਕੋਈ ਮਾਨਵਤਾ ਦਾ ਭਲਾ ਨਹੀਂ ਹੁੰਦਾ ਜੀਵਨ 'ਚ। ਅਪਿਗ ਹੈ। ਨਿਕੋਰ ਦਾ ਅਰਥ ਹੈ ਕੋਰੇ ਦੇ ਕੋਰੇ। ਹੁੰਦਾ ਹੈ ਬਹੁਤ ਵਾਰ ਸਾਡੇ ਨਾਲ ਇਸੇ ਤਰ੍ਹਾਂ, ਬਾਹਰ ਤੋਂ ਧਰਮ ਦੀਆਂ ਰਸਮਾਂ ਹੁੰਦੀਆਂ ਨੇ, ਅੰਦਰੋਂ ਕੋਰੇ ਤੋਂ ਕੋਰੇ ਹੀ। ਅੰਦਰ ਨਹੀਂ ਗੁਰੂ ਵਰਤਿਆ ਸਾਡੇ, ਬਾਹਰ ਵਰਤਿਆ। ਝੰਡੀਆਂ ਨੇ, ਜਕਾਰੇ ਨੇ, ਭੀੜ ਹੈ, ਸ਼ਿੰਗਾਰ ਖਰੀਦਿਆ ਬਾਜ਼ਾਰਾਂ 'ਚ, ਕਿਰਦਾਰ ਨਹੀਂ ਜੀਵਨ 'ਚੋਂ ਪ੍ਰਗਟ ਹੋਇਆ। ਤੋ ਅਪਿਗ ਆਤਮ ਨਿਕੋਰ, ਬਿਲਕੁਲ ਕੋਰੇ ਦੇ ਕੋਰੇ ਨੇ। ਉਹ ਵੀ ਕਰੋੜਾਂ ਨੇ। ਸਾਹਿਬ ਕਹਿੰਦੇ ਕਈ ਕੋਟ ਪਰ ਦਰਬ ਕੋ ਹਿਰੈ। ਸਾਡੇ ਇੱਥੇ ਜ਼ਿਆਦਾ ਹੈ। ਕਿੰਨੇ ਕਰੋੜਾਂ ਨੇ ਪਰਾਇਆ ਧਨ ਹਿਰ ਰਹੇ ਨੇ, ਖੋ ਰਹੇ ਨੇ। ਇਹ ਸਦੀਆਂ ਤੋਂ ਚੱਲਦਾ ਆ ਰਿਹਾ। ਰਾਜੇ ਸਨ, ਚੌਧਰੀ ਸਨ, ਹਾਕਮ ਸਨ, ਐਲਕਾਰ ਸਨ, ਵਜ਼ੀਰ ਸਨ, ਸਰਕਾਰੀ ਕਰਮਚਾਰੀ ਸਨ, ਅੱਜ ਵੀ ਹੋ ਰਿਹਾ ਹੈ। ਤੋ ਗੁਰਦੇਵ ਕਹਿੰਦੇ ਕਿੰਨੇ ਕਰੋੜਾਂ ਨੇ ਪਰਾਇਆ ਧਨ ਹਿਰਨ ਵਾਲੇ। ਆ ਜਿਨ੍ਹਾਂ ਦੇਸ਼ਾਂ 'ਚ ਸਮਾਨਤਾ ਆ ਗਈ ਥੋੜ੍ਹੀ ਜਿਹੀ, ਆਪਾਂ ਉੱਧਰ ਨੂੰ ਭੱਜ ਤੁਰੇ। ਆਪਣੇ ਸਮਾਜ ਨੂੰ ਸਵਾਰਨ ਦੀ ਲੋੜ ਜ਼ਿਆਦਾ ਇੱਥੇ ਹੈ, ਪਰ ਮੇਰੇ ਵਰਗੇ ਵੀ ਬਾਹਰ ਭੱਜਦੇ ਨੇ। ਲੋੜ ਜ਼ਰੂਰਤ ਇੱਥੇ ਹੈ, ਪਰ ਅਸੀਂ ਛੱਡ ਕੇ ਆ, ਕਿਉਂਕਿ ਰਹਿਣਾ ਔਖਾ ਹੋ ਰਿਹਾ ਹੈ, ਨਿਰਵਾਹ ਕਰਨਾ ਔਖਾ ਹੋ ਰਿਹਾ। ਕੀ ਕਰੇ ਬੰਦਾ? ਫਿਰ ਵੱਧ ਗਈ ਉਹ। ਤੇ ਸਮਾਜ ਬੜਾ ਸੁਖਦਾਈ ਹੈ ਜਿੱਥੇ ਸਮਾਨਤਾ ਹੋਏ ਕਿਸੇ ਦਾ। ਸਤਿਗੁਰ ਐਸੇ ਹੀ ਹਲੇਮੀ ਰਾਜ ਦੀ ਕਲਪਨਾ ਕਰਦੇ। ਕਲਪਨਾ ਹੀ ਨਹੀਂ ਕੀਤੀ, ਉਸਾਰੇ ਵੀ ਨੇ ਸਤਿਗੁਰਾਂ ਨੇ। ਨਗਰ ਉਸਾਰੇ ਨੇ, ਸ਼੍ਰੀ ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਕਿੰਨੇ ਨਗਰ ਨੇ। ਸਤਿਗੁਰਾਂ ਨੇ ਉਹ ਹਲੇਮੀ ਰਾਜ ਸਥਾਪਿਤ ਕਰਕੇ ਵਿਖਾਇਆ ਹੈ, ਜਿੱਥੇ ਉਹ ਦਾਤ ਵਰਤੇ। ਨਹੀਂ ਤੇ ਗੁਰਦੇਵ ਕਹਿੰਦੇ ਵਰਤਾਰਾ ਵਰਤ ਰਿਹਾ ਰੱਬੀ ਰਚਨਾ ਦੇ ਅੰਦਰ। ਕਿੰਨੇ ਨੇ ਕਰੋੜਾਂ ਜਿਹੜੇ ਸਾਹਿਬ ਜੀ ਆਖਦੇ ਨੇ, ਪਰ ਦਰਬ ਕੋ ਹਿਰੈ। ਪਰਾਇਆ ਧਨ ਹਿਰਦੇ ਨੇ, ਖੋਂਦੇ ਨੇ, ਖਾਂਦੇ ਨੇ। ਕਈ ਕੋਟ ਪਰ ਦੁੱਖ ਨਾ ਕਰੈ, ਪਰ ਦੁੱਖ ਨਾ ਕਰੈ, ਪਰ ਦੂਜਾ ਦੂਖਣ ਦੋਸ਼ ਲਾਉਣਾ। ਬਲੇਮ ਕਰ ਰਹੇ ਨੇ। ਬੜਾ ਸੌਖਾ ਹੈ ਦੂਜੇ ਤੇ ਚਿੱਕੜ ਛੁੱਟਣਾ, ਬਲੇਮ ਕਰਨਾ, ਨਿੰਦਾ ਕਰਨੀ। ਆ ਮਹੀਨਾ ਚੰਗਾ ਨਹੀਂ, ਆ ਵਾਰ ਚੰਗਾ ਨਹੀਂ, ਸਾਡੇ ਘਰ ਦਾ ਵਾਸਤੂ ਸ਼ਾਸਤਰ ਚੰਗਾ ਨਹੀਂ, ਬੜਾ ਕੁਝ ਹੈ। ਜਦੋਂ ਬੰਦਾ ਦੂਸ਼ਣ ਲਾਉਣ ਤੇ ਆਏ ਫਿਰ ਤੇ ਬਹੁਤ ਕੁਝ ਹੈ, ਬਹੁਤ ਕੁਝ ਹੈ। ਉਹਦੇ ਵਾਸਤੇ ਫਿਰ ਦੂਜੇ ਵੱਲ ਵੇਖਣਾ ਪੈਣਾ। ਤੇ ਜਿਹੜਾ ਸ਼ੁਕਰਾਨਾ ਕਰਨ ਤੇ ਆ ਜੇ, ਉੱਥੇ ਵੀ ਬਹੁਤ ਕੁਝ ਹੈ। ਉਹਦੇ ਵਾਸਤੇ ਅੰਤਰਮੁਖੀ ਹੋਣਾ ਪੈਣਾ, ਆਪਣੇ ਵੱਲ ਵੇਖਣਾ ਪੈਣਾ, ਜੋ ਮਿਲਿਆ ਉਹਦੇ ਵੱਲ ਵੇਖਣਾ ਪੈਣਾ। ਸੋ ਸਾਹਿਬ ਕਹਿੰਦੇ ਕਿੰਨੇ ਕਰੋੜਾਂ ਨੇ, ਪਰ ਦੁੱਖ ਨਾ ਕਰੈ। ਪ੍ਰਾਨ ਦੂਜਿਆਂ ਤੇ ਦੂਸ਼ਣ ਲਾਉਂਦੇ ਨੇ, ਦੂਜਿਆਂ ਦੀ ਨਿੰਦਾ ਕਰਦੇ ਨੇ, ਬਲੇਮ ਕਰਦੇ ਨੇ। ਕਈ ਕੋਟ ਮਾਇਆ ਸ਼ਰਮ ਮਾਹੇ। ਕਿੰਨੇ ਕਰੋੜਾਂ ਨੇ ਮਾਇਆ ਦਾ ਹੀ ਸ਼ਰਮ ਚੱਲ ਰਿਹਾ। ਮੁਬਾਰਕ ਹੈ, ਪੇਟ ਦਿੱਤਾ ਹੈ ਪਰਮਾਤਮਾ ਨੇ, ਰੋਜੀ ਦਿੱਤੀ ਹੈ, ਕਮਾਉਣੀ ਆਪਾਂ ਨੂੰ ਪੈਣੀ ਹੈ ਰੋਜੀ। ਪਰਮਾਤਮਾ ਨੇ ਰੋਟੀ ਪੈਦਾ ਕੀਤੀ, ਲੱਭਣੀ ਤੇ ਸਾਨੂੰ ਪੈਣੀ ਹੈ। ਮੁਬਾਰਕ ਹੈ। ਪਰ ਜੀਵਨ ਦਾ ਮਕਸਦ ਕੱਲਾ ਇਹ ਹੀ ਨਹੀਂ ਹੈ। ਪਰ ਕਈਆਂ ਨੇ ਸਾਹਿਬ ਕਹਿੰਦੇ ਕੱਲਾ ਮਕਸਦ ਇਹ ਹੀ ਬਣਾਇਆ ਹੋਇਆ। ਕੋਈ ਜਪ ਨਹੀਂ, ਕੋਈ ਸੇਵਾ ਨਹੀਂ, ਕੋਈ ਸੰਗਤ ਨਹੀਂ। ਤੋ ਗੁਰਦੇਵ ਕਹਿੰਦੇ ਬਹੁਤਿਆਂ ਦਾ ਕਈ ਕੋਟ ਮਾਇਆ ਸ਼ਰਮ ਮਾਹੇ। ਬਸ ਇਹਦੇ ਵਿੱਚ ਹੀ ਸ਼ਰਮ ਹੈ। ਘਰ ਤੋਂ ਦੁਕਾਨ, ਦੁਕਾਨ ਤੋਂ ਘਰ, ਘਰ ਤੋਂ ਬਿਜਨਸ, ਬਿਜਨਸ ਤੋਂ ਘਰ। ਕਈਆਂ ਦਾ ਹੀ ਸੰਸਾਰ ਬਣ ਜਾਂਦਾ। ਆਪਣੇ ਜੀਵਨ ਰੱਬ ਨੇ ਕਿੱਡਾ ਸੋਹਣੀ ਦਾਤ ਬਖਸ਼ੀ, ਇਹਦਾ ਵੀ ਖਿਆਲ ਨਹੀਂ ਆਉਂਦਾ ਕਈ ਵਾਰ। ਕਈ ਕੋਟ ਪਰਦੇਸ ਪਰਮਾਹੇ। ਕਿੰਨੇ ਕਰੋੜਾਂ ਨੇ ਪਰਦੇਸ਼ਾਂ 'ਚ ਭਟਕ ਰਹੇ ਨੇ। ਸਾਡੀ ਨੌਜਵਾਨੀ ਭਟਕ ਹੀ ਰਹੀ ਹੈ। +2 ਕਰੋ, ਆਇਲਸ ਕਰੋ,
ਤੇ ਪਹੁੰਚ ਜੋ ਜਹਾਜ਼ ਤੇ ਚੜ੍ਹ ਕੇ। ਕਿੰਨੇ ਨੇ? ਗੁਰਦੇਵ ਕਹਿੰਦੇ ਇਹ ਵੀ ਚਲੋ ਰੱਬ ਦੀ ਰਚਨਾ ਹੈ। ਇੱਕ ਇਹ ਮੰਦੇ ਦੀ ਪੁਰਾਣੀ ਫਿਤਰਤ ਰਹੀ ਹੈ, ਖੈਰ ਇਹ ਹੁਣ ਦੀ ਨਹੀਂ। ਆ ਜਿੰਨੇ ਆਪਾਂ ਇੱਥੇ, ਆਪਾਂ ਵੀ ਪਰਦੇਸ਼ੀ, ਆਪਾਂ ਇਸ ਦੇਸ਼ ਦੇ ਵਾਸੀ ਨਹੀਂ। ਪੁਰਾਣਾ ਇਤਿਹਾਸ ਪੜ੍ਹਿਓ। ਆਪਾਂ ਜ਼ਿਆਦਾ ਜਿਹੜੇ ਉੱਤਰ ਭਾਰਤ ਵਾਲੇ ਆਰੀਅਨ ਲੋਕ, ਆਪਾਂ ਸਾਰੇ ਇੱਥੋਂ ਦੇ ਇੱਥੋਂ ਦੇ ਵਾਸੀ ਨੇ। ਜਿਹੜੇ ਉਹ ਦੱਖਣ ਵਾਲੇ, ਜਿਹਨੂੰ ਆਪਾਂ ਰਾਖਸ਼ ਕਹਿੰਦੇ ਹਾਂ, ਜਿਨ੍ਹਾਂ ਨੂੰ ਨੀਚ ਮਲੇਸ਼ ਕਿਹਾ ਜਾਂਦਾ ਹੈ, ਆਪ ਅਸੀਂ ਵੱਡੇ ਬਣ ਗਏ। ਸੋ ਆਪਾਂ ਵੀ ਪ੍ਰਦੇਸ਼ ਤੋਂ ਹੀ ਆਏ ਹਾਂ। ਵੈਸੇ ਆਰੀਅਨ ਲੋਕ ਆ ਸਾਰੇ ਆਪਾਂ ਜਾਦੇ। ਇਹ ਬੜੇ ਸਮੇਂ ਤੋਂ ਰੱਬੀ ਰਚਨਾ 'ਚ ਮਨੁੱਖ ਦੀ ਫਿਤਰਤ ਰਹੀ ਹੈ, ਕੁਦਰਤ ਦੀ ਫਿਤਰਤ ਰਹੀ ਹੈ। ਬਦਲਾ ਰਿਹਾ ਹੈ, ਬਦਲਦੇ ਰਹੇ। ਇਹ ਚਲਾਏਮਾਨ ਹੈ ਰੱਬ ਦੀ ਸ੍ਰਿਸ਼ਟੀ। ਤੇ ਅੱਜ ਵੀ ਕਿੰਨੇ ਨੇ ਪਰਦੇਸ਼ਾਂ 'ਚ ਭਟਕ ਰਹੇ ਨੇ ਸਾਡੇ ਨੌਜਵਾਨ, ਸਾਡੇ ਜੀ ਕਿੰਨੇ ਬਾਹਰ ਹੋਣਗੇ। ਤੋ ਗੁਰਦੇਵ ਕਹਿੰਦੇ ਰੱਬ ਦੀ ਰਚਨਾ 'ਚ ਇਹਦਾ ਵੀ ਕੋਈ ਅੰਤ ਨਹੀਂ। ਪ੍ਰਦੇਸ਼ ਪਰਮਾਹੇ। ਅਖੀਰ ਸਾਹਿਬ ਕਹਿੰਦੇ ਜਿਤ ਜਿਤ ਲਾਵੋ ਤਿਤ ਤਿਤ ਲੱਗਣਾ। ਅਸੀਂ ਕੀ ਕਰੀਏ ਜੀਵ? ਵਾਹਿਗੁਰੂ ਜਿੱਧਰ ਜਿੱਧਰ ਤੂੰ ਲਾਉਣਾ ਜੀਵ ਉੱਧਰ ਉੱਧਰ ਲੱਗਦੇ ਨੇ। ਜਿਤ ਜਿਤ ਲਾਵੋ ਤਿਤ ਤਿਤ ਲੱਗਣਾ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਆਪਣੀ ਰਚਨਾ ਬਾਰੇ ਕਰਤਾ ਆਪ ਹੀ ਜਾਣਦਾ ਹੈ। ਇੱਕ ਚਿੱਤਰਕਾਰ ਨੂੰ ਨਹੀਂ ਜਾਣ ਸਕਦਾ। ਇੱਕ ਚਿੱਤਰ ਦੀ ਮਰਜ਼ੀ ਨਹੀਂ ਹੁੰਦੀ ਇੱਥੇ ਹਰਾ ਰੰਗ ਭਰੋ, ਇੱਥੇ ਲਾਲ ਭਰੋ। ਚਿੱਤਰਕਾਰ ਦੀ ਮਰਜ਼ੀ ਹੁੰਦੀ। ਆ ਜਿੰਨੀ ਰਚਨਾ ਹੈ, ਜਿੰਨਾ ਚਿੱਤਰ ਹੈ, ਚਿੱਤਰਕਾਰ ਮਾਲਕ ਹੈ, ਤੋ ਕਰਤੇ ਦੀ ਮਰਜ਼ੀ ਹੁੰਦੀ ਹੈ, ਕਿਰਤ ਦੀ ਮਰਜ਼ੀ ਨਹੀਂ ਹੁੰਦੀ। ਬਾਣੀ ਕਹਿੰਦੀ ਜਿਵੇਂ ਕਰਤਾ ਕਿਸਾਨ ਹੈ, ਕਾਚੀ ਪਾਕੀ ਬਾੜ ਕਿਸਾਨ। ਕਾਚੀ ਪਾਕੀ ਬਾੜ ਪ੍ਰਾਣੀ। ਜੈਸੇ ਕਿਰਸਾਨ ਬੋਵੈ ਕਿਰਸਾਣੀ। ਕਾਚੀ ਪਾਕੀ ਬਾੜ ਪ੍ਰਾਣੀ। ਕਿਸਾਨ ਨੇ ਆਪਣੀ ਫਸਲ ਬੀਜੀ ਹੈ, ਕੱਚੀ ਵੱਢੇ ਪੱਕੀ ਵੱਢੇ, ਮਰਜ਼ੀ ਹੈ ਉਹਦੀ। ਇਹ ਜਿੰਨੀ ਰਚਨਾ ਹੈ, ਜਿੰਨਾ ਪਸਾਰਾ ਹੈ, ਹੁਕਮੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਵੱਜਾ ਹੋਇਆ। ਤਾਂ ਕਰਕੇ ਸਾਹਿਬ ਆਖਦੇ ਨੇ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਉਹ ਆਪਣੀ ਰਚਨਾ ਨੂੰ ਆਪ ਜਾਣਦਾ। ਸਾਡੇ ਕੋਲ ਪੂਰਨਤਾ ਹੀ ਨਹੀਂ ਹੈ ਰਚਨਾ ਬਾਰੇ। ਅਸੀਂ ਨਹੀਂ ਜਾਣ ਸਕਦੇ ਪੂਰਨ ਤੌਰ ਤੇ। ਕਈ ਕੋਟ ਸਿੱਧ ਜਤੀ ਜੋਗੀ। ਫਿਰ ਸਾਹਿਬ ਆਖਦੇ ਨੇ ਕਿੰਨੇ ਕਰੋੜਾਂ ਨੇ ਜਿਹੜੇ ਸਿੱਧ ਨੇ, ਪੁੱਗੇ ਹੋਏ ਪੁਰਖ, ਜਤੀ ਨੇ, ਜੋਗੀ ਨੇ, ਉਹ ਵੀ ਬੜੇ ਨੇ। ਕਈ ਕੋਟ ਰਾਜੇ ਰਸ ਭੋਗੀ। ਕਿੰਨੇ ਰਾਜੇ ਨੇ ਰਸ ਭੋਗ ਰਹੇ ਨੇ, ਪੀੜ੍ਹੀਆਂ ਤੱਕ ਉਹ ਰਾਜ ਮਾਣਦੇ ਰਹੇ। ਇੱਕ ਪਿਓ ਤੋਂ ਬਾਅਦ ਪੁੱਤਰ, ਪੁੱਤਰ ਤੋਂ ਬਾਅਦ ਅੱਗੇ ਬਚੇ। ਆ ਵੇਖੋ ਬਾਬਰ ਦਾ ਰਾਜ ਚੱਲਦਾ ਹੈ। ਬਾਬਰ ਦਾ ਪੁੱਤਰ ਹਮਾਯੂ ਵੀ ਰਾਜਾ ਹੈ। ਹਮਾਯੂ ਦਾ ਪੁੱਤਰ ਅਕਬਰ ਵੀ ਰਾਜਾ ਹੈ। ਅਕਬਰ ਦਾ ਪੁੱਤਰ ਜਹਾਂਗੀਰ, ਉਹ ਵੀ ਰਾਜਾ ਰਹੇ ਹਿੰਦੁਸਤਾਨ ਦੀ ਧਰਤੀ ਤੇ। ਜਹਾਂਗੀਰ ਦਾ ਪੁੱਤਰ ਸ਼ਾਹਜਹਾਨ, ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ, ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ। ਕਿੰਨੀਆਂ ਪੀੜ੍ਹੀਆਂ ਹਿੰਦੁਸਤਾਨ ਤੇ ਰਾਜ ਕੀਤਾ ਨਿਰੰਤਰ, ਕਿੰਨੇ ਸਦੀਆਂ, 100 ਸਾਲ ਤੱਕ। ਗੁਰਦੇਵ ਕਹਿੰਦੇ ਕਈ ਨੇ ਰਾਜ ਦੇ ਸੁੱਖ ਭੋਗਦੇ ਨੇ। ਕਈ ਕੋਟ ਰਾਜੇ ਰਸ ਭੋਗੀ। ਇਹ ਵੀ ਰੱਬ ਦੀ ਰਚਨਾ 'ਚ ਹੈ। ਕਈ ਕੋਟ ਪੰਛੀ ਸਰਪ ਪਾਏ। ਕਿੰਨੇ ਕਰੋੜਾਂ ਪੰਛੀ ਨੇ, ਸਰਪ ਨੇ। ਉਪਾਏ ਦਾ ਅਰਥ ਹੈ ਮਾਲਕ ਨੇ ਪੈਦਾ ਕੀਤੇ ਨੇ। ਅਸੀਂ ਨਹੀਂ ਜਾਣ ਸਕਦੇ ਉਸ ਦੀ ਰਚਨਾ ਕਿੰਨੀ ਬੇਅੰਤ ਹੈ। ਕਈ ਕੋਟ ਪਾਥਰ ਬਿਰਖ ਨਿਪ ਜਾਏ। ਕਿੰਨੇ ਕਰੋੜਾਂ ਪੱਥਰ ਨੇ। ਪੱਥਰ ਦੀਆਂ ਵੀ ਕਈ ਕਿਸਮਾਂ ਨੇ। ਹੀਰਾ ਵੀ ਪੱਥਰ ਚੋਂ ਹੀ ਪੈਦਾ ਹੋਇਆ। ਹਾਂ, ਪੱਥਰ ਤੁਰਦਾ ਤੁਰਦਾ ਸਦੀਆਂ ਬਾਅਦ ਹੀਰੇ ਤੱਕ ਪਹੁੰਚ ਜਾਂਦਾ ਹੈ। ਹਾਂ, ਮਨੁੱਖ ਤੁਰਦਾ ਤੁਰਦਾ ਜੀਵਨ ਹੋਏ ਸੰਤ ਪਰਮਾਤਮਾ ਦੀ ਅਵਸਥਾ ਪ੍ਰਾਪਤ ਕਰ ਸਕਦਾ, ਪਰ ਸਾਰੇ ਨਹੀਂ। ਪਹਾੜ ਸਾਰਾ ਹੀਰੇ ਨਹੀਂ ਬਣ ਜਾਂਦੇ, ਕੋਈ ਹੁੰਦਾ ਹੈ। ਸਾਰੇ ਮਨੁੱਖ ਸੰਤ ਨਹੀਂ ਬਣ ਸਕਦੇ। ਸਾਰੇ ਮਨੁੱਖ ਸਾਧੂ ਨਹੀਂ ਬਣ ਸਕਦੇ। ਸਾਰੇ ਮਨੁੱਖ ਭਗਤ ਪੂਰਨ ਸਿੰਘ ਵਰਗੇ ਨਹੀਂ ਬਣ ਸਕਦੇ।
ਸਤਿਗੁਰ ਕਹਿੰਦੇ ਭਿੰਨਤਾ ਰਹੇਗੀ ਰੱਬ ਦੀ ਰਚਨਾ ਦੇ ਅੰਦਰ। ਇੱਕ ਘਰ 'ਚ ਕਿੰਨੇ ਜੀ ਨੇ, ਇਕੱਠੀ ਰੋਟੀ ਖਾਂਦੇ ਨੇ, ਇਕੱਠੀ ਰਸੋਈ ਹੈ, ਪਰ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੋ ਸਕਦਾ। ਇੱਕ ਮਾਂ ਪਿਓ ਦੇ ਘਰ ਪੁੱਤਰ ਪੈਦਾ, ਧੀ ਪੈਦਾ ਹੋਈ, ਬੱਚੇ ਪੈਦਾ ਹੋਏ, ਇੱਕੋ ਗੋਦ ਚੋਂ ਪੈਦਾ ਹੋਏ, ਇੱਕੋ ਵਿਹੜੇ 'ਚ ਰਹੇ, ਇੱਕੋ ਸਕੂਲ ਪੜ੍ਹੇ, ਪਰ ਬਿਰਤੀ ਇੱਕੋ ਜਿਹੀ ਨਹੀਂ ਹੁੰਦੀ। ਤੋ ਸਾਹਿਬ ਆਖਦੇ ਨੇ ਇਸੇ ਤਰ੍ਹਾਂ ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ। ਕਿੰਨੇ ਕਰੋੜਾਂ ਪੱਥਰ ਨੇ, ਬਿਰਖ ਨੇ, ਨਿਪ ਜਾਏ ਦਾ ਅਰਥ ਹੈ ਪੈਦਾ ਕੀਤੇ ਨੇ। ਤੇ ਜ਼ਿੰਦਗੀ 'ਚ ਸੁੱਖ ਮਾਣੋਗੇ, ਦਾਅਵੇਦਾਰੀ ਛੱਡ ਦਿਓ। ਗਿਆਨ ਲੈਣਾ ਜ਼ਰੂਰੀ ਹੈ, ਪੜ੍ਹਨਾ ਜ਼ਰੂਰੀ ਹੈ, ਸਮਝਣਾ ਜ਼ਰੂਰੀ ਹੈ, ਪਰ ਦਾਵਾ ਨਾ ਕਦੇ ਰੱਖਿਓ ਮੈਂ ਪੂਰਾ ਸਮਝ ਲਿਆ। ਕਦੇ ਦਾਵਾ ਨਾ ਰੱਖਿਓ। ਰਵਿੰਦਰਨਾਥ ਟੈਗੋਰ ਨੂੰ ਪੁੱਛਿਆ ਸੀ ਅਖੀਰ ਸਮੇਂ ਕੀ ਜਾਣਿਆ, ਕਹਿਣ ਲੱਗਾ ਜਾਣ ਜਾਣ ਕੇ ਹੀ ਜਾਣਿਆ, ਮੈਂ ਕੁਝ ਨਹੀਂ ਜਾਣਿਆ। ਬਹੁਤ ਵੱਡੀ ਸਮਝ ਹੋਏਗੀ ਜਿਹਨੂੰ ਇਹ ਸਮਝ ਆ ਜਾਏ ਮੈਂ ਕੁਝ ਨਹੀਂ ਜਾਣਦਾ, ਮੈਂ ਕੁਝ ਵੀ ਨਹੀਂ ਰੱਬ ਦੀ ਰਚਨਾ ਬਾਰੇ। ਕਦੇ ਨਾ ਕਿ ਉਹ ਵੀ 4 ਜਮਾਤਾਂ ਪੜ੍ਹ ਲੀਆਂ ਹੁਣ 10 ਸਾਰੇ ਅਨਪੜ੍ਹ ਤੁਰੇ ਫਿਰਦੇ ਨੇ। ਕੰਪੈਰੀਜ਼ਨ ਨਾ ਕਰਿਓ, ਦਾਵਾ ਨਾ ਕਰਿਓ। ਧਨ ਮਿਲਿਆ ਦਾਵਾ ਨਾ ਕਰਿਓ, ਮਾੜਾ ਨਹੀਂ ਹੈ। ਗਿਆਨ ਮਿਲਿਆ ਦਾਵਾ ਨਾ ਕਰਿਓ ਵੀ ਮੇਰੇ ਤੋਂ ਜ਼ਿਆਦਾ ਸ਼ਾਇਦ ਕਿਸੇ ਨੂੰ ਪਤਾ ਨਹੀਂ। ਪਦਵੀ ਮਿਲੀ ਹੈ ਦਾਵਾ ਨਾ ਕਰਿਓ ਵੀ ਸ਼ਾਇਦ ਮੈਨੂੰ ਸਤਿਗੁਰੂ ਦੀ ਪਦਵੀ ਮਿਲ ਗਈ। ਜੇ ਦਾਵਾ ਆ ਫਿਰ ਦੁੱਖ ਪਾਓਗੇ, ਜੇ ਦਾਵਾ ਨਹੀਂ ਫਿਰ ਬੜਾ ਆਨੰਦ ਹੁੰਦਾ, ਫਿਰ ਮਾਣੋਗੇ ਤੁਸੀਂ, ਫਿਰ ਦੂਜੇ ਦੀ ਵੀ ਕਦਰ ਕਰੋਗੇ, ਫਿਰ ਇੱਕ ਭਿਖਾਰੀ ਦਾ ਵੀ ਸਨਮਾਨ ਕਰੋਗੇ, ਇੱਕ ਰਾਜੇ ਦਾ ਵੀ ਕਰੋਗੇ, ਇੱਕ ਅਨਪੜ੍ਹ ਦਾ ਵੀ ਸਨਮਾਨ ਕਰੋਗੇ, ਇੱਕ ਪੜ੍ਹੇ ਲਿਖੇ ਦਾ ਵੀ ਕਰੋਗੇ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਗ। ਭਗਤ ਕਬੀਰ ਜੀ ਕਹਿੰਦੇ ਜਿੱਥੇ ਦਾਵਾ ਹੈ ਬੜੇ ਦੁੱਖ ਨੇ, ਬੜੀਆਂ ਚਿੰਤਾਵਾਂ ਨੇ। ਨਿਰਦਾਵੈ ਰਹਿ ਨਿਸੰਕ, ਜਿੱਥੇ ਦਾਵਾ ਨਹੀਂ ਕੋਈ ਚਿੰਤਾ ਨਹੀਂ, ਕੋਈ ਦੁੱਖ ਨਹੀਂ, ਕੋਈ ਕਲੇਸ਼ ਨਹੀਂ ਜੀਵਨ ਦੇ ਅੰਦਰ। ਵੇਖੋ ਇੱਕ ਪਾਸੇ ਬਕਾਲੇ ਦੀ ਧਰਤੀ ਦਾਵਾ ਕਰਦੇ ਨੇ ਝੂਠੇ ਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹੈ, ਇੱਕ ਕੱਚੇ ਕੋਠੇ ਵਿੱਚ ਨੇ, ਦਾਵਾ ਨਹੀਂ ਕਰ ਰਹੇ। ਇਹ ਨਹੀਂ ਕਹਿ ਰਹੇ ਮੈਂ ਗੁਰੂ, ਇਹ ਨਹੀਂ ਕਹਿ ਰਹੇ ਮੈਂ ਵੱਡਾ। ਉੱਥੇ ਹੀ ਵਡਿਆਈ ਹੈ ਜਿੱਥੇ ਦਾਵਾ ਮੁੱਕ ਜਾਂਦਾ ਹੈ, ਉੱਥੇ ਵਾਕਈ ਵਡਿਆਈ ਹੈ। ਤੋ ਸਾਹਿਬ ਜੀ ਆਖਦੇ ਨੇ ਦਾਵਾ ਨਾ ਕਰੀਏ। ਮਾਲਕ ਦੀ ਇਹ ਰਚਨਾ ਦੇ ਅੰਦਰ ਇਹ ਨਾ ਕੋਈ ਕਹੇ ਮੈਂ ਜਾਣ ਲਿਆ। ਵਿਗਿਆਨੀ ਨਹੀਂ ਦਾਵਾ ਕਰ ਸਕੇ ਅੱਜ ਤੱਕ, ਵਿਗਿਆਨੀ ਵੀ ਦਾਵਾ ਨਹੀਂ ਕਰਦੇ। ਕਦੇ ਕਿ ਅੰਤ ਪਾਲਿਆ ਆਕਾਸ਼ ਦਾ, ਸਪੇਸ ਦਾ, ਮਿਲਕੀ ਵੇ ਦਾ ਕਿੰਨਾ ਪਸਾਰ ਹੈ, ਕੋਈ ਅੰਤ ਨਹੀਂ। ਸਿਆਣਾ ਲੇਖਕ ਵੀ ਦਾਵਾ ਨਹੀਂ ਕਰਦਾ। ਤੁਸੀਂ ਅਖਬਾਰ ਪੜ੍ਹਦੇ ਹੋ, ਉਹਦੇ ਪਿੱਛੇ ਲਿਖਿਆ ਹੁੰਦਾ ਹੈ, ਕਈ ਵਾਰ ਕਿਸੇ ਨੇ ਲੇਖ ਲਿਖਿਆ ਹੁੰਦਾ ਹੈ ਕਿਸੇ ਟੌਪਿਕ ਤੇ ਪਿੱਛੇ ਲਿਖ ਦਿੱਤਾ ਜਾਂਦਾ ਇਤੀ। ਸਿਆਣਾ ਪੰਜਾਬੀ ਲੇਖਕ ਲਿਖਦਾ ਇਤੀ, ਉਹਦਾ ਅਰਥ ਹੁੰਦਾ ਹੈ ਵੀ ਜਿੰਨੀ ਮੇਰੇ ਕੋਲ ਜਾਣਕਾਰੀ ਸੀ ਮੈਂ ਇਸ ਲੇਖ ਵਿੱਚ ਸਾਂਝੀ ਕਰ ਦਿੱਤੀ ਹੈ, ਪਰ ਇਹ ਪੂਰਨ ਨਹੀਂ ਹੈ, ਇਹਦੇ 'ਚ ਅਜੇ ਹੋਰ ਬਹੁਤ ਕੁਝ ਐਡ ਕੀਤਾ ਜਾ ਸਕਦਾ ਇਤੀ। ਆ ਸਤਿਗੁਰਾਂ ਨੇ ਵੀ ਵੇਖੋ ਕੀ ਕਿਹਾ, ਤੇਰਾ ਕੀਤਾ ਜਾਤੋ ਨਾਹੀ। ਸਾਰਾ ਗੁਰੂ ਗ੍ਰੰਥ ਸਾਹਿਬ ਅਖੀਰ ਤੇ ਗੁਰੂ ਅਰਜੁਨ ਦੇਵ ਕੀ ਕਹਿ ਰਹੇ ਨੇ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਦਾਵਾ ਛੱਡਦਾ ਹੈ ਤਾਂ ਹੀ ਅਨੁਭਵ ਵਿਸਮਾਦ ਪ੍ਰਗਟ ਹੋਏਗਾ। ਤੋ ਜਿੱਥੇ ਗੁਰਦੇਵ ਕਹਿੰਦੇ ਰੱਬ ਦੀ ਰਚਨਾ, ਅਸੀਂ ਬਹੁਤ ਛੋਟੇ ਹਾਂ, ਸਾਡੀ ਮੱਤ ਬੜੀ ਛੋਟੀ ਹੈ। ਅਸੀਂ ਇਹ ਨਾ ਕਹੀਏ ਵੀ ਇਹ ਨਹੀਂ ਹੋ ਸਕਦਾ, ਬਹੁਤ ਕੁਝ ਹੋ ਸਕਦਾ ਹੈ। ਅਸੀਂ ਬਹੁਤ ਕੁਝ ਜਾਣਦੇ ਹੋਵਾਂਗੇ, ਪਰ ਯਾਦ ਰੱਖਿਓ ਸਭ ਕੁਝ ਨਾ ਜਾਣ ਸਕਦੇ ਹਾਂ, ਨਾ ਜਾਣ ਸਕਦੇ ਹਾਂ, ਨਾ ਜਾਣਦੇ ਹਾਂ ਅਸੀਂ, ਨਾ ਜਾਣ ਸਕਾਂਗੇ ਅਸੀਂ। ਹਾਂ, ਬਹੁਤ ਕੁਝ ਸਾਨੂੰ ਪਤਾ ਹੋ ਸਕਦਾ ਹੈ, ਸਭ ਕੁਝ ਨਹੀਂ ਪਤਾ ਹੋ ਸਕਦਾ। ਬੜੀਆਂ ਗੱਲਾਂ ਜਾਣਦੇ ਹੋਵਾਂਗੇ, ਪਰ ਸਾਹਿਬ ਕਹਿੰਦੇ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ। ਜੇ ਸਾਰੀਆਂ ਗੱਲਾਂ ਦਾ ਸਮਰੱਥ ਹੋ ਮਾਲਕ ਵਾਹਿਗੁਰੂ ਹੀ ਹੈ, ਉਹ ਤੋਂ ਨਹੀਂ ਹੋ ਸਕਦਾ।
ਤੋਦੀ ਰਚਨਾ ਚ ਕਈ ਕੋਟ ਪਵਨ ਪਾਣੀ ਬੈ ਸੰਤਰ। ਕਿੰਨੇ ਕਰੋੜਾਂ ਨੇ। ਪਵਨ ਵੀ ਕਈ ਪ੍ਰਕਾਰ ਦੀ ਹੈ, ਗੈਸਾਂ ਕਈ ਪ੍ਰਕਾਰ ਦੀਆਂ ਨੇ, ਪਾਣੀ ਬੈ ਸੰਤਰ ਅੱਗ। ਕਈ ਕੋਟ ਦੇਸ਼ ਭੂ ਮੰਡਲ। ਕਿੰਨੇ ਪ੍ਰਕਾਰ ਦੇ ਦੇਸ਼ ਨੇ, ਭੂ ਧਰਤੀ ਮੰਡਲ ਹਿੱਸੇ ਕਹਿ ਲਈਏ। ਕਿੰਨੇ ਦੀਪ ਨੇ, ਕਿੰਨੀਆਂ ਧਰਤੀਆਂ ਨੇ, ਕਿੰਨੇ ਮੰਡਲ ਨੇ। ਗੁਰਦੇਵ ਕਹਿੰਦੇ ਦੰਤ ਨਹੀਂ ਹੈ, ਰੱਬੀ ਰਚਨਾ ਦੇ ਅੰਦਰ ਕਈ ਕੋਟ ਸਸੀਅਰ ਸੂਰ ਨਖੇਤਰ। ਕਿੰਨੇ ਕਰੋੜਾਂ ਸਸੀਅਰ ਚੰਦਰਮਾ ਨੇ, ਸੂਰ ਸੂਰਜ ਨੇ। ਆ ਸਾਡੇ ਧਰਤੀ ਦਾ ਸੂਰਜ ਹੈ ਸਾਡੇ ਕੋਲ, ਪਤਾ ਨਹੀਂ ਹੋਰ ਵੀ ਵਿਗਿਆਨੀ ਮੰਨਦੇ ਨੇ ਕਿੰਨੇ ਕੁ ਚੰਦਰਮਾ ਨੇ, ਕਿੰਨੇ ਕੁ ਸੂਰਜ ਨੇ। ਨਖੇਤਰ ਦਾ ਅਰਥ ਹੈ ਤਾਰੇ, ਕਿੰਨੇ ਕੁ ਤਾਰੇ ਨੇ। ਕੀ ਅਨੁਮਾਨ ਹੈ ਕਿ ਅੱਜ ਤੱਕ ਕਿਸੇ ਨੇ ਗਿਣੇ ਨੇ? ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਕਿੰਨੇ ਕਰੋੜਾਂ ਸਾਹਿਬ ਕਹਿੰਦੇ ਦੇਵਤੇ ਨੇ, ਦਾਨਵ ਨੇ, ਇੰਦਰ ਰਾਜੇ ਨੇ ਦੇਵਤਿਆਂ ਦੇ ਸਿਰਾਂ ਤੇ ਛਤਰ ਵਾਲੇ। ਸਗਲ ਸਮਗਰੀ ਆਪਣੇ ਸੂਤ ਧਾਰੈ। ਪਰ ਸਾਹਿਬ ਕਹਿੰਦੇ ਜਿੰਨੀ ਸਮਗਰੀ ਹੈ, ਸਮਗਰੀ ਰਚਨਾ ਵਾਹਿਗੁਰੂ ਦੇ ਹੁਕਮ ਦੇ ਸੂਤਰ 'ਚ ਵਜੀ ਹੋਈ ਹੈ, ਉਹਨੂੰ ਭੰਗ ਨਹੀਂ ਕਰ ਸਕਦਾ ਕੋਈ। ਜਿਹੜਾ ਤਾਰਾ ਗ੍ਰਹਿ ਆਪਣੀ ਪਰਿਕਰਮਾ ਤੋਂ ਭਟਕਦਾ ਉਹ ਆਕਾਸ਼ ਵਿੱਚ ਹੀ ਸੜ ਕੇ ਖਤਮ ਹੋ ਜਾਂਦਾ, ਉਹਦੀ ਹੋਂਦ ਨਹੀਂ ਰਹਿੰਦੀ। ਫਿਰ ਉਹਦੇ ਹੁਕਮ ਤੋਂ ਬਾਹਰ ਕਿਸੇ ਦੀ ਵੀ ਹੋਂਦ ਨਹੀਂ ਹੈ। ਆਪਣੇ ਸੂਤ ਧਾਰੈ ਨਾਨਕ, ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਗੁਰਦੇਵ ਕਹਿੰਦੇ ਜਿਹੜਾ ਜਿਹੜਾ ਭਾ ਗਿਆ ਉਹਦੇ ਭਾਣੇ 'ਚ ਤੁਰਿਆ ਉਹਦਾ ਭਲਾ ਹੁੰਦਾ ਹੈ। ਕਈ ਕੋਟ ਰਾਜਸ ਤਾਮਸ ਸਾਤਕ। ਇਹ ਮਾਇਆ ਦੇ 3 ਗੁਣ ਨੇ। ਕਿੰਨੇ ਕਰੋੜਾਂ ਨੇ ਰਾਜਸੀ ਗੁਣ 'ਚ ਰਹਿੰਦੇ ਨੇ। ਮੇਰਾ ਘਰ, ਮੇਰੀ ਪਦਵੀ, ਮੇਰੀ ਜ਼ਮੀਨ, ਮੇਰਾ ਪਲਾਟ, ਇਹ ਰਾਜਸੀ ਗੁਣ ਹੈ। ਕਿੰਨੇ ਨੇ ਸਾਤਕ, ਸਾਤਕੀ ਗੁਣ ਨੇ, ਜਿੱਥੇ ਸੇਵਾ ਹੈ, ਜਪ ਹੈ, ਤਪ ਹੈ। ਕਿੰਨੇ ਨੇ ਤਾਮਸੀ ਗੁਣ 'ਚ ਰਹਿੰਦੇ ਨੇ, ਜਿੱਥੇ ਤਮੋ ਹੰਕਾਰ ਲੋਭ ਰਹਿੰਦਾ ਜੀਵਨ 'ਚ, ਉਹ ਵੀ ਬੜੇ ਨੇ। ਰਾਜਸ ਤਾਮਸ ਸਾਤਕ, ਮਾਇਆ ਦੇ 3 ਗੁਣ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ। ਕਿੰਨੇ ਕਰੋੜਾਂ ਨੇ ਵੇਦਾਂ, ਪੁਰਾਣਾਂ, ਸਿਮਰਤਾਂ, ਸ਼ਾਸਤਾਂ ਦਾ ਅਭਿਆਸ ਕਰਦੇ ਨੇ, ਪੜ੍ਹਦੇ ਨੇ, ਸੁਣਦੇ ਨੇ। ਕਈ ਕੋਟ ਕੀਏ ਰਤਨ ਸਮੁੰਦ। ਕਿੰਨੇ ਕਰੋੜਾਂ ਸਾਹਿਬ ਕਹਿੰਦੇ ਸਮੁੰਦਰ ਰਤਨਾਂ ਨਾਲ ਭਰੇ ਨੇ, ਖਜ਼ਾਨਿਆਂ ਨਾਲ ਭਰੇ ਨੇ। ਤੇਲ ਕੱਢ ਰਹੇ ਹਾਂ ਸਮੁੰਦਰ 'ਚੋਂ, ਗੈਸਾਂ ਕੱਢ ਰਹੇ ਹਾਂ ਸਮੁੰਦਰ 'ਚੋਂ, ਕਿੰਨਾ ਕੁਝ ਮਿਲ ਰਿਹਾ। ਸਤਿਗੁਰ ਕਹਿੰਦੇ ਪਤਾ ਨਹੀਂ ਕਿੰਨੇ ਕੁ ਨੇ। ਕਈ ਕੋਟ ਨਾਨਾ ਪ੍ਰਕਾਰ ਜੰਤ। ਨਾਨਾ ਕਿੰਨੇ ਪ੍ਰਕਾਰ ਦੇ ਜੰਤ ਨੇ, ਨਹੀਂ ਕਹਿ ਸਕਦੇ। ਜੀ ਜਨਤਾਂ ਦੀਆਂ ਕਿੰਨੀਆਂ ਵੈਰਾਈਟੀਆਂ ਨੇ, ਉਹ ਨਹੀਂ ਪਤਾ ਸਾਨੂੰ। ਕਈ ਕੋਟ ਕੀਏ ਚਿਰ ਜੀਵੇ। ਕਿਹੜੇ ਕਈ ਕਰੋੜਾਂ ਨੇ ਜਿਨ੍ਹਾਂ ਦੀ ਉਮਰ ਬਹੁਤ ਲੰਬੀ ਹੈ, ਬਹੁਤ ਲੰਬੀ ਹੈ। ਸਾਡੀ ਤੇ ਮਨੁੱਖ ਦੀ ਤੇ 100 ਸਾਲ ਸੀ, ਸੁੰਗੜ ਕੇ ਹੁਣ ਰੇਸ਼ੋ ਸਾਡਾ ਰਹਿ ਗਿਆ 70-75 ਤੱਕ। ਪਰ ਕਿੰਨੇ ਨੇ ਕਹਿੰਦੇ ਨੇ ਕੱਛੂ ਕੁੰਮੇ ਦੀ ਉਮਰ ਬਹੁਤ ਲੰਬੀ। ਵਿਗਿਆਨੀ, ਜੀਵ ਵਿਗਿਆਨੀ ਮੰਨਦੇ ਨੇ ਜੈਲੀ ਫਿਸ਼ ਹੈ ਨਾ ਜਿਹੜੀ, ਜੇ ਉਹਨੂੰ ਕੋਈ ਨਾ ਮਾਰੇ, ਨਾ ਫੜੇ, ਉਹ ਲੱਖਾਂ ਸਾਲ ਜੀ ਸਕਦੀ। ਕਿੰਨੀ ਲੰਬੀ ਉਮਰ ਹੈ। ਜਿਹਨੂੰ ਕੋਈ ਪਕੜੇ ਨਾ, ਕੋਈ ਜੀ ਦੂਜਾ ਨਾ ਖਾਏ। ਗੁਰਦੇਵ ਕਹਿੰਦੇ ਪਤਾ ਨਹੀਂ ਰੱਬ ਦੀ ਸੰਰਚਨਾ ਦੇ ਅੰਦਰ ਕਈ ਨੇ ਜਿਹੜੇ ਕਿੰਨਾ ਸਮਾਂ, ਕਈ ਕੋਟ ਕੀਏ ਚਿਰ ਜੀਵੇ, ਕਿੰਨਾ ਲੰਬੇਰਾ ਲੱਖਾਂ ਸਾਲ ਜੀਂਦੇ ਨੇ, ਉਹ ਵੀ ਨੇ। ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਿੰਨੇ ਗਿਰੀ, ਗਿਰੀ ਦਾ ਅਰਥ ਹੈ ਪਰਬਤ, ਗਿਰ। ਕਿੰਨੇ ਨੇ ਜਿਹੜੇ ਸਵਰਨ ਸੋਨਾ ਹੈ, ਪਹਾੜ ਨੇ। ਕਿੰਨਾ ਕੁਝ ਨਿਕਲਦਾ ਹੈ ਪਹਾੜਾਂ 'ਚ, ਉਹਦੇ 'ਚੋਂ ਹੀਰਾ ਵੀ ਨਿਕਲਿਆ, ਉਹਦੇ 'ਚੋਂ ਖਾਨਾਂ 'ਚੋਂ ਕੋਲਾ ਵੀ ਨਿਕਲਿਆ, ਸੋਨਾ, ਕਿੰਨਾ ਕੁਝ। ਸਾਹਿਬ ਕਹਿੰਦੇ ਕਈ ਕੋਟ, ਕਿੰਨੇ ਕਰੋੜਾਂ ਨੇ। ਗਿਰੀ ਮੇਰ ਸਵਰਨ ਥੀਵੇ, ਸੋਨੇ ਨਾਲ ਭਰੇ ਹੋਏ। ਕਈ ਕੋਟ ਜਖਿਆ ਕਿੰਨਰ ਪਿਸਾਚ। ਜਖ ਦੇਵਤਿਆਂ ਦੀ ਕਿਸਮ ਹੈ। ਕਿੰਨਰ ਇਹ ਵੀ ਦੇਵਤਿਆਂ ਦੇ, ਜਾਂ ਕੁਬੇਰ ਦੇਵਤਾ
ਉਹਦੇ ਦਰਬਾਰ ਵਿੱਚ ਨੱਚਣ ਵਾਲੇ। ਪਿਸ਼ਾਚ ਇਹ ਵੀ ਇੱਕ ਕਿਸਮ ਹੈ, ਇਹਦਾ ਅਰਥ ਇਹ ਵੀ ਕੀਤਾ ਗਿਆ ਖੂਨ ਪੀਣ ਵਾਲੇ, ਮਾੜੀ ਰੂਹ ਵਾਲੇ। ਤੋ ਕਈ ਕੋਟ ਜਖਿਆ ਕਿੰਨਰ ਪਿਸ਼ਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਿੰਨੇ ਨੇ ਅਦ੍ਰਿਸ਼ ਰੂਪ ਅੰਦਰ। ਨਹੀਂ ਦਿਸਦੇ ਭੂਤ ਪ੍ਰੇਤ ਬੀਤੇ ਹੋਏ, ਅਦ੍ਰਿਸ਼ ਸ਼ੂਕਰ ਸੂਰਜ ਨੂੰ ਕਹਿੰਦੇ ਆ, ਮਿਰਗਾਚ, ਮਿਰਗਾਚ ਦਾ ਅਰਥ ਹੈ ਮਿਰਗਾਂ ਦਾ ਆਹਾਰ ਕਰਨ ਵਾਲੇ, ਸ਼ੇਰ ਜਿਹਨੂੰ ਕਹਿ ਲਈਏ। ਸਭ ਤੇ ਨੇੜੇ ਸਭ ਹੂੰ ਤੇ ਦੂਰ। ਗੁਰਦੇਵ ਕਹਿੰਦੇ ਵੇਖੋ ਵਾਹਿਗੁਰੂ ਸਾਰਿਆਂ ਦੇ ਨੇੜੇ ਹੈ, ਕੋਈ ਐਸਾ ਸਰੀਰ ਨਹੀਂ ਜਿਹਦੇ 'ਚ ਰੱਬ ਨਾ ਹੋਏ, ਪਰ ਕੋਈ ਵਿਰਲਾ ਮਨ ਹੋਏਗਾ, ਯਾਦ ਹੋਏਗਾ ਜਿਹਦੇ 'ਚ ਉਹਦੀ ਯਾਦ ਵਰਤ ਰਹੀ ਹੋਏ। ਸਾਡੇ ਸਰੀਰਾਂ ਕਰਕੇ ਬਹੁਤ ਨੇੜੇ ਹੈ ਤੇ ਸਾਡੀ ਯਾਦ ਕਰਕੇ ਕਈ ਵਾਰ ਬਹੁਤ ਦੂਰ ਹੁੰਦਾ ਹੈ। ਤੋ ਨੇੜੇ ਵੀ ਹੈ ਦੂਰ ਵੀ ਹੈ ਦਾ ਅਰਥ ਹੈ ਮੌਜੂਦਗੀ ਵੀ ਹੈ ਉਹਦੀ, ਪਰ ਲਿਪਾਏਮਾਨ ਨਹੀਂ ਹੋਇਆ। ਜਿਵੇਂ ਇੱਕ ਬੁਲਬੁਲੇ 'ਚ ਪਾਣੀ ਹੈ, ਬੁਲਬੁਲਾ ਟੁੱਟ ਗਿਆ, ਪਾਣੀ ਦੀ ਹੋਂਦ ਨਹੀਂ ਮੁੱਕੀ ਕਦੇ ਵੀ। ਲਹਿਰ ਟੁੱਟ ਗਈ ਪਰ ਪਾਣੀ ਥੋੜ੍ਹਾ ਮੁੱਕ ਗਿਆ, ਉਹਦਾ ਰੂਹ ਬਦਲ ਗਿਆ। ਇਸੇ ਤਰ੍ਹਾਂ ਜਿੰਨਾ ਕੁਝ ਬਦਲ ਜਾਂਦਾ ਹੈ, ਟੁੱਟਦਾ ਭੱਜਦਾ ਹੈ, ਪਰ ਉਹ ਮਾਲਕ ਵਾਹਿਗੁਰੂ ਆਪ ਟੁੱਟਦਾ ਭੱਜਦਾ ਨਹੀਂ, ਉਹ ਦੂਰ ਹੈ, ਨਿਰਲੇਪ ਹੈ, ਉਹਦੇ ਤੇ ਅਸਰ ਨਹੀਂ ਹੋਇਆ ਜੰਮਣ ਮਰਨ ਦਾ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਪੱਖਾ ਤੋੜ ਦੋ ਬਿਜਲੀ ਨੂੰ ਕੋਈ ਫਰਕ ਨਹੀਂ ਪੈਣਾ, ਬੱਲਬ ਤੋੜ ਦੋ ਬਿਜਲੀ ਨੂੰ ਨਹੀਂ ਫਰਕ ਪੈਣਾ। ਤੋ ਗੁਰਦੇਵ ਕਹਿੰਦੇ ਇਸੇ ਤਰ੍ਹਾਂ ਰਚਨਾ ਬਣਦੀ ਮਿਟਦੀ ਹੈ ਉਹਦੇ ਹੁਕਮ 'ਚ, ਪਰ ਸਭ ਤੋਂ ਨਿਰਲੇਪ ਹੈ ਵਾਹਿਗੁਰੂ। ਨੇੜੇ ਤੋਂ ਨੇੜੇ ਸਭ ਤੇ ਨੇੜੇ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ। ਆਪ ਅਰਥ ਕਰਤੇ ਸਾਹਿਬ ਨੇ। ਅਲਿਪਤ ਦਾ ਅਰਥ ਹੈ ਜਿਹੜਾ ਲਿਪਾਏਮਾਨ ਨਹੀਂ ਹੁੰਦਾ। ਆਪ ਵਾਹਿਗੁਰੂ ਅਲਿਪਤ ਹੈ, ਰਹਿਆ ਭਰਪੂਰ, ਪਰ ਫਿਰ ਵੀ ਮੌਜੂਦ ਹੈ। ਉਹ ਮੌਜੂਦ ਹੋ ਕੇ ਵੀ ਅਲਿਪਤ ਹੈ। ਪੱਖੇ 'ਚ ਬਿਜਲੀ ਹੈ ਪਰ ਅਲਿਪਤ ਹੈ ਉਹਦੇ ਨਾਲ। ਪੱਖੇ ਨੂੰ ਤੋੜੋ ਬਿਜਲੀ ਟੁੱਟ ਥੋੜ੍ਹਾ ਜਾਣੀ ਹੈ। ਤੋ ਸਾਹਿਬ ਕਹਿੰਦੇ ਇਸ ਤਰ੍ਹਾਂ ਮਾਲਕ ਵਾਹਿਗੁਰੂ ਆਪਣੀ ਇਸ ਰਚਨਾ ਦੇ ਅੰਦਰ ਵਰਤ ਰਿਹਾ ਹੈ, ਵਰਤਦਾ ਰਹੇਗਾ। ਬਾਹਰੀ ਤੌਰ ਤੇ ਰਚਨਾ ਬਣਦੀ ਮਿਟਦੀ ਰਹੀ ਹੈ, ਬਣਦੀ ਮਿਟਦੀ ਰਹੇਗੀ। ਆਪ ਸਦਾ ਮੌਜੂਦ ਹੈ। ਤੇ ਗੁਰਦੇਵ ਨੇ ਕਿਰਪਾ ਕੀਤੀ, ਦਾਵਾ ਨਾ ਕਰੀਏ, ਰੱਬ ਦੀ ਰਚਨਾ ਬੜੀ ਬੇਅੰਤ ਹੈ। ਇਹਦੇ 'ਚ ਕਈ ਰੂਪਾਂ ਦੀ ਜ਼ਿੰਦਗੀ ਹੈ, ਕਈ ਰੂਪਾਂ ਦਾ ਜੀਵਨ ਹੈ। ਇਹਦਾ ਆਨੰਦ ਮਾਣੀਏ, ਉਸ ਦੀ ਬੇਅੰਤਤਾ ਨੂੰ, ਰਹੱਸ ਵਿਸਮਾਦ ਵਾਹ ਵਾਹ ਰੂਪ ਅੰਦਰ ਅਸੀਂ ਮਾਣ ਸਕਦੇ ਹਾਂ। ਇਹੀ ਜੀਵਨ ਦੀ ਬੜੀ ਵੱਡੀ ਪ੍ਰਾਪਤੀ ਹੋਏਗੀ। ਗੁਰ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।